ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। 184 ਜੌਨ ਜੀਵ ਕੀ ਬੈਠਕ ਤਿਤੀ ਸੋ ਆਸਨ ਜਾਨ। ਤਿਨ ਮਹਿ ਸਾਰ 84 ਲਖੀਐ ਹੈ, ਸਾਰ ਇਨਹੁ ਮਹਿ ਖੋੜ ਸਮਾਨ। ਸਵਸਤ ਪਦਮ ਗੋਮੁਖ ਅਰੰਗ, ਆਸਨ ਚਾਰ ਬ੍ਰਹਮਾ ਕੇ ਸਿਆਨ। ਗरुड़ नाग कूरम नर सिंह है, चारहो बिशन केर पहचान। वाहिगुरु जी का खालसा, वाहिगुरु जी की फतेह। जुगो जुग अटल श्री गुरु ग्रंथ साहिब जी दे पावन पवित्र हजूरी च जुड़ बैठे गुरु का खास रूप गुरु खालसा साध संगत जीओ। तंता दे पात्र हो, नेता प्रति गुरु चरणा च जुड़ के अपने जीवन दियां कुछ घड़ियां सवास गुरु लेखे ला के सफला और सकारता कर दे। कलगियां वाले पंथ दे वाले श्री गुरु गोबिंद सिंह साहब जी महाराज जी दे आनेन सेवक जिन्हां नूं कलगीधर जी ने बचन करके कहा, दया सिंह मम रूप सुजाना। भाई दया सिंह जी मेरा स्वरूप ने। भाई दया सिंह जी खालसे नूं आत्म ज्ञान दा उपदेश दे रहे ने। जो सवाल सिंह भाई दया सिंह जी कोलों पुछदे ने, भाई साहब जी उन्हां दा जवाब दिंदे हन। योग वर्णन हो रहा है। भाई दया सिंह जी ने दस्या है, खालसा जी अष्टांग योग हुंदा, योग दे 8 अंग हुंदे ने। यम नेम प्रतिहार धारना ध्यान समाधि आसन प्राणायाम ओदा वखरो वखरा स्वरूप भाई दया सिंह जी दस रहे ने। पहला यम है, दूसरा नेम है। यम 15 प्रकार दा दस्या जो आपां परसों दी कथा च विचारिया। कल दी कथा विच 15 प्रकार दे जिहड़े नियम ने नेम ने वो आपां विचारे ने। अज आसन दी जिहड़ी कथा है कि 84 लाख आसन ने, क्योंकि योगियां विच आसन भी जिहड़े हुंदे ने वो बड़ा मायना रखते ने। श्री गुरु ग्रंथ साहिब जी दी पावन बाणी विच गुरुदेव ने जोग सिद्ध आसन 84 ए भी कर रहया। वड्डी आरजा फिर जन्मै हर स्यों संग न गहिया। उन्हां 84 लाख आसना का जिक्र किया। भाई साहब भाई दया सिंह जी सा विस्तार सहित जो योगी लोग जानते ने मनते ने 84 लाख आसन, उन्हां दा वर्णन करके सानू योग शास्त्र दा ज्ञान भी दे रहे ने। आओ मन बिरतियां एकाग्र करिए। कलगीधर पंथ दे वाली सतगुरु श्री गुरु गोबिंद सिंह साहब जी दे पवित्र पावन स्वरूप नूं अपने हिरदियां च वसाउंदियां
ਆਪਣੇ ਜੀਵਨ ਤੇ ਰਸਨਾ ਦੀ ਕਲਿਆਣ ਨਿਮਿਤ ਆਖੋ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਲੱਖ 84 ਜੋਨ ਜੀਵ ਕੀ। 84 ਲੱਖ ਜੂਨੀਆਂ ਹਨ ਜੀਵਾਂ ਦੀਆਂ। 84 ਲੱਖ ਜੀਵਨ, 84 ਲੱਖ ਜੂਨੀਆਂ, ਜਿਨ੍ਹਾਂ ਵਿੱਚੋਂ ਭਗਤ ਜੀ ਕਹਿੰਦੇ 42 ਲੱਖ ਜੂਨੀਆਂ ਤਾਂ ਕੇਵਲ ਪਾਣੀ ਵਿੱਚ ਹਨ। ਫਿਰ ਧਰਤੀ ਤੇ ਆਕਾਸ਼ ਵਿੱਚ ਵੀ ਨੇ। ਉਹ ਜਿਹੜੀਆਂ 84 ਲੱਖ ਜੂਨੀਆਂ ਹਨ ਜੀਵਾਂ ਦੀਆਂ, ਬੈਠਕ ਤਿਤੀ ਸੋ ਆਸਨ ਜਾਨ। ਉਹਨਾਂ 84 ਲੱਖ ਜੂਨੀਆਂ ਦੇ ਜਿੰਨੇ ਵੀ ਜੀਵ ਨੇ, ਸਾਰਿਆਂ ਦੇ ਬੈਠਣ ਦਾ ਤਰੀਕਾ ਵੱਖੋ ਵੱਖਰਾ ਹੈ। ਸ਼ੇਰ ਬੈਠਦਾ ਹੈ, ਚੀਤੇ ਦੇ ਬੈਠਣ ਦਾ ਤਰੀਕਾ ਵੱਖਰਾ ਹੈ, ਬਾਂਦਰ ਦੇ ਬੈਠਣ ਦਾ ਤਰੀਕਾ ਵੱਖਰਾ ਹੈ, ਊਂਠ ਦੇ, ਹਾਥੀ ਦੇ, ਜਿੰਨੇ ਵੀ ਇਹ ਜੂਨੀਆਂ ਨੇ 84 ਲੱਖ ਜੂਨੀਆਂ ਨੇ ਤੇ 84 ਲੱਖ ਤਰੀਕੇ ਨਾਲ ਹੀ ਇਹ ਬੈਠਦੇ ਹੈ। ਜਿੰਨੀਆਂ ਉਹਨਾਂ ਦੀਆਂ ਬੈਠਕਾਂ ਨੇ 84 ਲੱਖ ਜੂਨੀਆਂ ਦੀਆਂ, ਉਹ ਸਾਰੀਆਂ ਬੈਠਕਾਂ ਮੰਨ ਲਓ ਵੀ 84 ਲੱਖ ਹੀ ਆਸਣ ਹਨ ਸਾਰੇ ਜਾਨਵਰਾਂ, ਪਸ਼ੂਆਂ, ਪੰਛੀਆਂ ਦੇ। ਮੋਰ ਦਾ ਆਸਣ ਹੈ, ਮਯੂਰ ਆਸਣ ਉਹਨੂੰ ਕਹਿ ਦਿੰਦੇ ਨੇ। ਇਸੇ ਤਰ੍ਹਾਂ 84 ਲੱਖ ਜੂਨੀਆਂ ਦੇ 84 ਲੱਖ ਹੀ ਆਸਣ ਜਿਹੜੇ ਨੇ ਉਹ ਦੱਸੇ ਜਾਂਦੇ ਹਨ। ਤਿੰਨ ਮਹਿ ਸਾਰ 84 ਲਖੀਆ ਹੈ। 84 ਲੱਖ ਜੂਨੀਆਂ ਦੇ 84 ਲੱਖ ਆਸਣਾਂ ਵਿੱਚੋਂ ਜਿਹੜੇ ਮੁੱਖ ਨੇ ਉਹ ਕੇਵਲ 84 ਹਨ। ਉਹਨਾਂ ਦਾ ਜਿਹੜਾ ਸਾਰ ਕਹਿ ਲਈਏ ਵੀ 84 ਲੱਖ ਜੂਨੀਆਂ ਦੇ ਆਸਣਾਂ ਵਿੱਚ ਜਿਹੜਾ ਸਭ ਤੋਂ ਸਾਰ ਸ੍ਰੇਸ਼ਟ ਆਸਣ ਨੇ ਉਹ 84 ਕਹੇ ਜਾਂਦੇ। ਹਾਂਜੀ, ਸਾਰ ਇਨਹੋ ਮਹਿ ਖੋੜ ਸਮਾਨ। ਫਿਰ ਉਹ ਜਿਹੜੇ 84 ਆਸਣ ਨੇ ਉਹਨਾਂ ਵਿੱਚੋਂ ਅੱਗੇ ਫਿਰ ਹੋਰ ਸਾਰ ਨੇ, ਜਿਹੜੇ ਹੋਰ ਤਤਵ ਰੂਪ ਨੇ ਉਹ ਫਿਰ ਕੇਵਲ 16 ਹਨ। 84 ਲੱਖ ਜੂਨੀਆਂ ਦੇ 84 ਲੱਖ ਆਸਣਾਂ ਵਿੱਚੋਂ ਕੇਵਲ ਮੁੱਖ 84 ਨੇ। ਫਿਰ 84 ਦੇ ਵਿੱਚ ਕੇਵਲ ਮੁਖੀ ਰੂਪ ਦੇ ਵਿੱਚ 16 ਰਹਿ ਜਾਂਦੇ ਹਨ। ਸਵਸਤ ਪਦਮ ਗੋ ਮੁਖ ਅਰ ਹੰਸੰ। ਉਹ ਜਿਹੜੇ 16 ਆਸਣ ਨੇ ਹੁਣ ਉਹ ਸੁਣੋ। ਉਹਨਾਂ ਵਿੱਚ ਇੱਕ ਹੈ ਸਵਸਤ। ਕਿੱਥੇ ਹੈ ਪੰਕਤੀ, ਦੁਬਾਰਾ ਪੜੋ। ਸਵਸਤ ਪਦਮ ਗੋ ਮੁਖ ਅਰ ਹੰਸੰ। ਇੱਕ ਹੈ ਸਵਸਤ ਆਸਣ, ਇਸੇ ਤਰ੍ਹਾਂ ਦੂਸਰਾ ਹੈ ਪਦਮ ਆਸਣ, ਤੀਸਰਾ ਹੈ ਗੋਮੁਖ ਆਸਣ ਤੇ ਚੌਥਾ ਹੈ ਹੰਸ ਆਸਣ। ਹੰਸ ਜਿਵੇਂ ਬੈਠਦਾ। ਇਹ 4 ਆਸਣ, ਜਿਵੇਂ 16 ਆਸਣ ਨੇ ਨਾ, ਉਹਨਾਂ ਵਿੱਚੋਂ ਜਿਹੜੇ ਪਹਿਲੇ 4 ਇਹ ਦੱਸੇ ਹਨ। ਆਸਨ 4 ਬ੍ਰਹਮਾ ਕੇ ਸਿਆਨ। ਇਹ 4 ਆਸਣ ਬ੍ਰਹਮਾ ਜੀ ਦੇ ਹਨ। ਇਹ ਸਿਆਣ ਲਓ, ਇਹ ਜਾਣ ਲਓ। ਇਹ ਜਿਹੜੇ ਪਹਿਲੇ 4 ਆਸਣ ਦੱਸੇ ਨੇ ਇਹ ਬ੍ਰਹਮਾ ਜੀ ਦੇ 4 ਆਸਣ ਹਨ, ਜਿਨ੍ਹਾਂ ਵਿੱਚੋਂ ਸਵਸਤ, ਪਦਮ, ਗੋਮੁਖ ਤੇ ਹੰਸ ਇਹ 4 ਆਸਣ ਹਨ। ਗਰੁੜ ਨਾਗ ਕੂਰਮ ਨਰ ਸਿੰਘ ਹੈ। ਇਸੇ ਤਰ੍ਹਾਂ ਫਿਰ ਗਰੁੜ ਆਸਣ ਹੈ, ਨਾਗ ਆਸਣ ਹੈ, ਕੂਰਮ ਆਸਣ ਹੈ, ਨਰ ਸਿੰਘ ਆਸਣ ਹੈ। 4 ਇਹ ਹੋ ਗਏ। 4 ਹੋ ਵਿਸ਼ਨ ਕੇਰ ਪਹਿਚਾਨ। ਇਹ ਜਿਹੜੇ 4 ਆਸਣ ਨੇ ਇਹ ਵਿਸ਼ਨੂੰ ਦੇ ਨੇ। ਭਗਵਾਨ ਵਿਸ਼ਨੂੰ ਇਹਨਾਂ 4 ਆਸਣਾਂ ਤੇ ਬੈਠਦੇ ਹਨ। ਵੀਰ ਮਯੂਰ ਵਜਰ ਸਿੱਧ। ਇਸੇ ਤਰ੍ਹਾਂ ਫਿਰ ਵੀਰ ਆਸਣ ਹੈ, ਮਯੂਰ ਆਸਣ ਹੈ। ਮਯੂਰ ਕਹਿੰਦੇ ਨੇ ਮੋਰ ਨੂੰ, ਜਿਵੇਂ ਮੋਰ ਬੈਠਦਾ ਹੈ। ਵੀਰ ਆਸਣ, ਮਯੂਰ ਆਸਣ, ਇਸੇ ਤਰ੍ਹਾਂ ਵਜਰ ਆਸਣ। 4 ਹੋ ਰੁਦਰਾਸਨ ਇਹ ਕਰੈ ਬਣਾਏ। ਔਰ ਚੌਥਾ ਸਿੱਧ ਆਸਣ ਹੈ। ਇਹ ਜਿਹੜੇ 4 ਆਸਣ ਨੇ, ਕਿਉਂਕਿ 11 ਰੁਦਰ ਮੰਨੇ ਜਾਂਦੇ ਨੇ, ਉਹਨਾਂ ਵਿੱਚੋਂ ਇੱਕ ਸ਼ਿਵ ਹੈ। ਜਿਹੜੇ 11 ਰੁਦਰ ਨੇ ਉਹਨਾਂ ਵਿੱਚੋਂ ਰੁਦਰ ਦੇ 4 ਆਸਣ ਇਹ ਕਹੇ ਜਾਂਦੇ ਨੇ। 4 ਬ੍ਰਹਮਾ ਦੇ ਦੱਸੇ ਨੇ, 4 ਆਸਣ ਹੀ ਵਿਸ਼ਨੂੰ ਦੇ ਦੱਸੇ ਨੇ ਵੀ ਜਿਨ੍ਹਾਂ 4 ਆਸਣਾਂ ਤੇ ਭਗਵਾਨ ਵਿਸ਼ਨੂੰ ਜੀ ਬਹਿੰਦੇ ਨੇ। 4 ਆਸਣ ਰੁਦਰ ਦੇ ਦੱਸੇ ਨੇ ਕਿ ਜਿਨ੍ਹਾਂ 4 ਆਸਣਾਂ ਤੇ ਰੁਦਰ ਜੀ ਬੈਠਦੇ ਨੇ। ਯੋਗੀਆਂ ਨੇ ਉਹ ਆਸਣ ਗ੍ਰਹਿਣ ਕੀਤੇ ਹੋਏ ਨੇ। ਏਦਾਂ ਇਹਨਾਂ ਦੀ ਕੁੱਲ ਗਿਣਤੀ 12 ਹੁੰਦੀ। ਫਿਰ ਅੱਗੇ ਦੱਸਦੇ ਹਨ
ਹੋਤ ਪਗਾਸਨ ਕਹੈ ਸ਼ਕਤ ਕੋ। ਫਿਰ ਇੱਕ ਭਾਗ ਆਸਣ ਹੈ ਜਿਹੜਾ ਪਾਰਵਤੀ ਦਾ ਆਸਣ ਹੈ, ਜਿਹੜੇ ਆਸਣ ਤੇ ਉਹ ਬੈਠਦੀ ਹੈ। ਇੱਕ ਆਸਣ ਪਾਰਵਤੀ ਦਾ ਜਿਹੜਾ ਭਾਗ ਆਸਣ ਕਰਕੇ ਪ੍ਰਸਿੱਧ ਹੈ ਉਹ ਕਿਹਾ ਜਾਂਦਾ ਹੈ। ਸ਼ਿਵ ਕੋ ਪਸ਼ਚਮ ਤਾਨ ਸੁਹਾਏ। ਫਿਰ ਇੱਕ ਆਸਣ ਸ਼ਿਵ ਜੀ ਭਗਵਾਨ ਦਾ ਹੈ, ਉਹ ਹੈ ਪਸ਼ਚਮ ਤਾਨ ਆਸਣ। ਪਸ਼ਚਮ ਤਾਨ ਆਸਣ ਜਿਹੜਾ ਹੈ ਇਹ 14ਵਾਂ ਆਸਣ ਗਿਣਿਆ ਗਿਆ ਜਦੋਂ ਗਿਣਤੀ ਕਰੀਏ। ਤਨੁਖ ਉਤਾਨ ਦੋਏ ਇਹ। ਫਿਰ 15ਵਾਂ ਹੈ ਧਨਖ ਆਸਣ ਤੇ 16ਵਾਂ ਹੈ ਉਤਾਨ ਆਸਣ। ਇਹ 16 ਆਸਣ 84 ਲੱਖ ਆਸਣਾਂ ਵਿੱਚੋਂ ਮੁੱਖ ਨੇ। 84 ਲੱਖ ਜੂਨੀਆਂ ਦੇ 84 ਲੱਖ ਹੀ ਆਸਣ ਨੇ। ਉਹਨਾਂ ਦੀਆਂ ਬੈਠਕਾਂ ਜਿੰਨੀਆਂ ਨੇ ਜਿਹੜੇ ਤਰੀਕੇ ਨਾਲ ਉਹ ਬੈਠਦੇ ਨੇ ਉਹ 84 ਲੱਖ ਹੀ ਹੋ ਗਏ। ਉਹਨਾਂ ਵਿੱਚੋਂ ਫਿਰ ਅੱਗੇ ਮੁੱਖ ਰੂਪ ਵਿੱਚ 84 ਨੇ। 84 ਵਿੱਚੋਂ ਫਿਰ ਅੱਗੇ ਮੁੱਖ 16 ਨੇ, ਜਿਨ੍ਹਾਂ ਵਿੱਚੋਂ 4 ਬ੍ਰਹਮਾ ਦੇ ਨੇ, 4 ਆਸਣ ਵਿਸ਼ਨੂੰ ਦੇ ਨੇ, 4 ਰੁਦਰ ਦੇ ਨੇ, ਇੱਕ ਪਾਰਵਤੀ ਦਾ ਹੈ, ਇੱਕ ਸ਼ਿਵ ਦਾ ਹੈ। ਇਸੇ ਤਰ੍ਹਾਂ ਇੱਕ ਧਨਖ ਆਸਣ ਤੇ ਉਤਾਨ ਆਸਣ। ਏਦਾਂ ਇਹਨਾਂ ਦੀ ਕੁੱਲ ਗਿਣਤੀ 16 ਆਸਣ ਕਰਕੇ ਬਣ ਜਾਂਦੀ ਹੈ। ਸਭ ਕੇ 16 ਆਸਨ ਦਏ ਬਤਾਏ। ਭਾਈ ਸਾਹਿਬ ਜੀ ਕਹਿੰਦੇ ਕਿ ਇਹ ਜਿਹੜੇ 16 ਆਸਣ ਯੋਗੀ ਲੋਕ ਮੰਨਦੇ ਨੇ ਯੋਗ ਸ਼ਾਸਤਰ ਵਿੱਚ। ਹੇ ਖਾਲਸਾ ਜੀ, ਉਹ ਤੁਹਾਡੀ ਜਾਣਕਾਰੀ ਹਿੱਤ ਅਸੀਂ ਤੁਹਾਨੂੰ ਦੱਸੇ ਹਨ। ਇਹ ਕੇਵਲ ਜਾਣਕਾਰੀ ਹੈ, ਅਸੀਂ ਉਹਨਾਂ ਦੇ ਉਪਾਸ਼ਕ ਨਹੀਂ ਹਾਂ। ਕੇਵਲ ਜਾਣਕਾਰੀ ਵਜੋਂ ਭਾਈ ਦਇਆ ਸਿੰਘ ਜੀ ਕਹਿੰਦੇ ਤੁਹਾਨੂੰ ਇਹ 16 ਆਸਣ ਦੱਸੇ ਹਨ। ਪਖਿਆੰਤਰ ਖੋੜ ਸਮਹਿ ਚਾਰਹੁ। ਹੁਣ ਪਖਿਆੰਤਰ ਰੂਪ ਦੇ ਵਿੱਚ 16 ਦੇ ਵਿੱਚੋਂ ਕੇਵਲ 4 ਮੁੱਖ ਰਹਿ ਜਾਂਦੇ ਨੇ। 16 ਵਿੱਚੋਂ ਫਿਰ 4 ਰਹਿ ਜਾਂਦੇ ਨੇ। ਹੁਣ ਉਹ ਜਿਹੜੇ 4 ਰਹਿ ਜਾਂਦੇ ਨੇ 16 ਵਿੱਚੋਂ ਉਹ ਵੀ ਜਾਣੋ ਹੈ ਸ੍ਰੇਸ਼ਟ ਸੋ ਦਿਓ ਸੁਨਾਏ। ਜਿਹੜੇ ਉਹਨਾਂ 16 ਵਿੱਚੋਂ 4 ਆਸਣ ਸਭ ਤੋਂ ਸ੍ਰੇਸ਼ਟ ਨੇ, ਸਰਵੋਤਮ ਨੇ। ਖਾਲਸਾ ਜੀ ਹੁਣ ਤੁਹਾਨੂੰ ਉਹ ਵੀ ਦੱਸ ਦਿੰਨੇ ਆ, ਉਹ ਵੀ ਸੁਣਾ ਦਿੰਦੇ ਹਾਂ। ਸਿੰਘ ਪਦਮ ਸਿੱਧ ਭਦਰ 4 ਗਿਨ। ਉਹਨਾਂ ਵਿੱਚੋਂ ਇੱਕ ਹੈ ਸਿੰਘ ਆਸਣ, ਇਸੇ ਤਰ੍ਹਾਂ ਦੂਸਰਾ ਹੈ ਪਦਮ ਆਸਣ, ਤੇ ਤੀਸਰਾ ਹੈ ਸਿੱਧ ਆਸਣ, ਤੇ ਚੌਥਾ ਹੈ ਭਦਰ ਆਸਣ। ਇਹ 4 ਆਸਣ ਜਿਹੜੇ ਨੇ ਨਾ 16 ਪ੍ਰਕਾਰ ਦੇ ਆਸਣਾਂ ਵਿੱਚੋਂ ਫੇਰੇ ਮੁੱਖ ਹਨ। ਇਨ ਮਹਿ ਦ્વੈ ਸ੍ਰੇਸ਼ਟ ਲਖੇ ਅੰਤ। ਆਖੋ ਸਤਨਾਮ ਸ੍ਰੀ। ਸ੍ਰੀ ਵਾਹਿਗੁਰੂ। ਕਹਿੰਦੇ ਇਹਨਾਂ 4ਾਂ ਵਿੱਚੋਂ ਅੱਗੇ ਜਾ ਕੇ ਫਿਰ 2 ਹੀ ਮੁੱਖ ਰਹਿ ਜਾਂਦੇ ਨੇ। ਉਹ 2 ਕਿਹੜੇ ਰਹਿ ਜਾਂਦੇ ਨੇ? ਪਦਮ ਤੇ ਸਿੱਧ। ਪਦਮ ਆਸਣ ਤੇ ਸਿੱਧ ਆਸਣ। ਫਿਰ ਅੱਗੇ ਇਹ 2 ਆਸਣ ਹੀ ਮੁੱਖ ਰਹਿ ਜਾਂਦੇ ਹਨ। ਸਿੱਧ ਪਦਮ ਇਨ ਦ્વੈ ਮਹਿ ਸਿੱਧ। ਕਹਿੰਦੇ ਫਿਰ ਅੱਗੇ 2ਾਂ ਵਿੱਚੋਂ ਇੱਕ ਹੀ ਰਹਿ ਜਾਂਦਾ ਹੈ, ਸਿੱਧ ਤੇ ਪਦਮ ਦੇ ਵਿੱਚੋਂ। ਫਿਰ ਅਖੀਰ ਨੂੰ ਕੇਵਲ ਸਿੱਧ ਆਸਣ ਹੀ ਰਹਿ ਜਾਂਦਾ ਹੈ। ਪਦਮ ਆਸਣ ਤੇ ਸਿੱਧ ਆਸਣ ਇਹ 2 ਮੁੱਖ ਰਹਿ ਜਾਂਦੇ ਨੇ। ਇਹਨਾਂ ਦੋਹਾਂ ਦੇ ਵਿੱਚੋਂ ਫਿਰ ਅੱਗੇ ਕੇਵਲ ਸਿੱਧ ਆਸਣ ਜਿਹੜਾ ਹੈ ਉਹ ਰਹਿ ਜਾਂਦਾ ਹੈ। ਇਸ ਪ੍ਰਕਾਰ ਇਹ 84 ਲੱਖ ਆਸਣਾਂ ਵਿੱਚੋਂ ਅਖੀਰ ਵਿੱਚ ਕੇਵਲ ਇੱਕੋ ਆਸਣ ਦੇ ਉੱਤੇ ਫਿਰ ਸਮਾਧੀ ਸਥਿਤ ਹੁੰਦੇ ਨੇ ਯੋਗੀ, ਉਹਨੂੰ ਸਿੱਧ ਆਸਣ ਕਹਿੰਦੇ ਹਨ। ਇਸ ਪ੍ਰਕਾਰ ਆਸਨ ਕਰੇ ਅੰਤ। ਇਸ ਪ੍ਰਕਾਰ ਦੇ ਜਿਹੜੇ ਆਸਣ ਨੇ ਉਹ ਯੋਗੀ ਲੋਕ ਕਰਦੇ ਨੇ। ਉਹਨਾਂ ਦੇ ਯੋਗ ਦੇ 8 ਅੰਗਾਂ ਦੇ ਵਿੱਚੋਂ ਇੱਕ ਅੰਗ ਇਹ ਆਸਣ ਦਾ ਹੈ। ਜਿਹੜੇ 8 ਅੰਗ ਦੱਸੇ ਨੇ, ਪਹਿਲਾਂ ਯਮ ਦੱਸਿਆ, ਫਿਰ ਨੇਮ ਦੱਸਿਆ, ਹੁਣ ਆਸਣਾਂ ਬਾਰੇ ਦੱਸਿਆ ਵੀ ਏਦਾਂ ਇਹਨਾਂ ਦੇ ਆਸਣ ਨੇ। ਇਹ ਵੱਖੋ ਵੱਖਰੇ ਆਸਣ ਨੇ, ਵੱਖੋ ਵੱਖਰੇ ਤਰੀਕਿਆਂ ਦੇ ਨਾਲ ਇਹ ਸਰੀਰ ਵਾਸਤੇ ਉਹ ਸਾਧਨਾ ਰੂਪ ਦੇ ਵਿੱਚ ਵਰਤਦੇ ਹਨ। ਅੱਜ ਕੱਲ ਤਾਂ ਇਹਨਾਂ ਆਸਣਾਂ ਰਾਹੀਂ ਵਪਾਰ ਬੜਾ ਚੱਲਿਆ ਹੈ ਵੀ ਆਸਣਾਂ ਦੀ ਜਾਣਕਾਰੀ ਦੇਣ ਨਿਮਿਤ, ਯੋਗ ਦੇ ਆਸਣਾਂ ਦੀ ਜਾਣਕਾਰੀ ਦੇਣ ਨਿਮਿਤ ਵੱਡੇ ਵੱਡੇ ਪੰਡਾਲ ਲੱਗਦੇ ਆ। ਉੱਥੇ ਟਿਕਟਾਂ ਵਿਕਦੀਆਂ ਨੇ, ਬੜੇ ਵੱਡੇ ਪੱਧਰ ਤੇ ਵਪਾਰ ਹੁੰਦਾ ਹੈ। ਸੋ ਖੈਰ ਰਹੋ ਵਿਚਾਰ। ਕਹਿੰਦੇ ਇਹਨਾਂ ਸਾਰੇ ਆਸਣਾਂ ਦੇ ਵਿੱਚੋਂ ਮੁੱਖ ਰੂਪ ਦੇ ਵਿੱਚ ਫਿਰ ਕੇਵਲ ਸਿੱਧ ਆਸਣ ਬਾਕੀ ਬਚਦਾ ਹੈ। ਯੋਗ ਦੇ 8 ਅੰਗਾਂ ਦੇ ਵਿੱਚੋਂ ਇੱਕ ਅੰਗ ਆਸਣ ਦਾ ਦੱਸਿਆ ਹੈ। ਪ੍ਰਾਣਾਯਾਮ ਤ੍ਰਿਦਾ ਇੱਕ ਉੱਤਮ। ਫਿਰ ਇਹਦੇ ਤੋਂ ਅੱਗੇ ਇੱਕ ਜਿਹੜਾ ਚੌਥਾ ਅੰਗ ਹੈ ਯੋਗ ਦਾ, ਉਹ ਹੈ ਪ੍ਰਾਣਾਯਾਮ। ਪ੍ਰਾਣਾਯਾਮ ਕੀ ਹੈ ਉਹ ਹੁਣ ਸੁਣੋ।
ਪ੍ਰਾਣਾਯਾਮ ਦੇ ਵਿੱਚ 3 ਪ੍ਰਕਾਰ ਦੇ ਮਨੁੱਖ ਹੁੰਦੇ ਨੇ ਪ੍ਰਾਣਾਯਾਮ ਕਰਨ ਵਾਲੇ। 3 ਕੈਟਾਗਰੀਆਂ ਨੇ ਪ੍ਰਾਣਾਯਾਮ ਕਰਨ ਵਾਲਿਆਂ ਦੇ, 3 ਹਿੱਸੇ ਨੇ, ਉਹ ਹੁਣ ਸੁਣੋ। ਮਧਿਅਮ ਅਰ ਕਨਿਸ਼ਟ ਜਨੇ ਅੰਤ। ਉਹਨਾਂ ਵਿੱਚੋਂ ਇੱਕ ਨੇ ਉੱਤਮ, ਦੂਸਰੇ ਨੇ ਮੱਧਮ ਔਰ ਤੀਸਰੇ ਨੇ ਕਨਿਸ਼ਟ। ਪ੍ਰਾਣਾਯਾਮ ਕਰਨ ਵਾਲੇ, ਕਿਉਂਕਿ ਚੌਥਾ ਅੰਗ ਯੋਗ ਦਾ ਪ੍ਰਾਣਾਯਾਮ ਹੈ। ਪ੍ਰਾਣਾਯਾਮ ਦੇ ਦੌਰਾਨ ਜਿਹੜੇ ਪ੍ਰਾਣਾਯਾਮ ਕਰਨ ਵਾਲੇ ਨੇ ਉਹ ਵੀ ਫਿਰ ਅੱਗੇ 3 ਹਿੱਸਿਆਂ ਵਾਲੇ ਨੇ। ਪਹਿਲੇ ਉੱਤਮ ਨੇ, ਦੂਸਰੇ ਮੱਧਮ ਨੇ, ਤੀਸਰੇ ਕਨਿਸ਼ਟ ਨੇ। ਹੁਣ ਉਹ ਕਨਿਸ਼ਟ ਕਿਹੜੇ ਨੇ ਉਹ ਦੱਸਦੇ ਹਨ। ਦੁਆਦਸ਼ ਮਾਤਰ ਚੰਦ ਕਰ ਪੂਰੈ। ਸਾਡੀ ਜਿਹੜੀ ਖੱਬੀ ਨਾਸਿਕਾ ਹੈ ਇਹ ਚੰਦਰਮਾ ਦੀ ਨਾੜੀ ਹੈ, ਇਹਨੂੰ ਈੜਾ ਕਹਿੰਦੇ ਨੇ। ਫਿਰ ਇਹਦੇ ਵਿੱਚ ਜਿਹੜੀ ਕੰਮ ਕਰ ਰਹੀ ਹੈ ਉਹਨੂੰ ਸੁਸ਼ਮਨਾ ਕਹਿੰਦੇ ਨੇ। ਜਿਹੜੀ ਸਾਡੀ ਸੱਜੀ ਨਾਸਿਕਾ ਹੈ ਇਹ ਸੂਰਜ ਦੀ ਨਾੜੀ ਹੈ, ਇਹਨੂੰ ਪਿੰਗਲਾ ਕਹਿੰਦੇ ਨੇ। ਗੁਰਬਾਣੀ ਦਾ ਮਹਾਵਾਕ ਹੈ, ਈੜਾ ਪਿੰਗਲਾ ਔਰ ਸੁਖਮਨਾ ਤੀਨ ਬਸੈ ਇਕ ਠਾਏ, ਬੇਣੀ ਸੰਗਮ ਤਹਿ ਪ੍ਰਾਗ ਮਨ ਮੱਜਨ ਕਰੈ ਤਥਾਈ। ਇਹ 3 ਨਾੜੀਆਂ ਨੇ ਸਾਡੀ ਨਾਸਿਕਾ ਵਿੱਚ, ਈੜਾ ਪਿੰਗਲਾ ਤੇ ਸੁਖਮਨਾ। ਜਿਹੜੇ ਕਨਿਸ਼ਟ ਯੋਗੀ ਨੇ ਪ੍ਰਾਣਾਯਾਮ ਕਰਨ ਵਾਲੇ, ਕਿਉਂਕਿ 3 ਦੱਸੇ ਨੇ ਪ੍ਰਾਣਾਯਾਮ ਵਾਲੇ, ਸਭ ਤੋਂ ਥੱਲੜੇ ਨੇ ਕਨਿਸ਼ਟ। ਉਹ ਆਪਣੀ ਚੰਦਰਮਾ ਦੀ ਜਿਹੜੀ ਨਾੜੀ ਹੈ ਈੜਾ, ਇਹਦੇ ਦੁਆਰਾ ਓੰਕਾਰ ਜਿਹੜਾ ਸ਼ਬਦ ਹੈ ਓੰਕਾਰ, ਇਹਨੂੰ 12 ਵਾਰ ਉੱਪਰ ਨੂੰ ਚੜਾਉਂਦੇ, 12 ਮਾਤਰਾਵਾਂ ਕਰਕੇ ਇਹਦੀਆਂ ਮਾਤਰਾਵਾਂ ਬਣਾਉਂਦੇ ਆ ਨਾ। ਜਿਵੇਂ ਤਬਲੇ ਦੀਆਂ ਮਾਤਰਾਵਾਂ ਹੁੰਦੀਆਂ ਨੇ ਨਾ, ਤਬਲੇ ਦੇ ਬੋਲਾਂ ਦੀਆਂ, ਉਹ ਮਾਤਰਾਵਾਂ ਦੁੱਗਣੀਆਂ ਹੁੰਦੀਆਂ ਚਲੀਆਂ ਜਾਣ, ਦੁੱਗਣ ਚੌਗਣ ਏਦਾਂ ਉਹ ਬਣਦੀਆਂ ਚਲੀਆਂ ਜਾਂਦੀਆਂ। ਜਿਹੜੇ ਤਬਲੇ ਦੀ ਜਾਣਕਾਰੀ ਰੱਖਦੇ ਨੇ ਉਹ ਇਸ ਗੱਲ ਨੂੰ ਛੇਤੀ ਸਮਝ ਜਾਣਗੇ। ਇਸੇ ਤਰ੍ਹਾਂ ਯੋਗੀ ਲੋਕ ਜਿਹੜੇ ਨੇ ਉਹ 12 ਮਾਤਰਾਵਾਂ ਬਣਾ ਕੇ ਨਾ ਓੰਕਾਰ ਦੀਆਂ, ਉਹਨੂੰ 12 ਹਿੱਸਿਆਂ 'ਚ ਵੰਡ ਕੇ 12 ਵਾਰ ਉਹਨੂੰ ਆਪਣੀ ਚੰਦਰਮਾ ਦੀ ਨਾੜੀ ਰਾਹੀਂ ਉੱਪਰ ਨੂੰ ਖਿੱਚਦੇ ਨੇ। ਇੱਕ ਨਾੜੀ ਰਾਹੀਂ, ਕੇਵਲ ਇੱਕ ਨਾਸਿਕਾ ਨੂੰ। ਇਹਦੇ ਦੁਆਰਾ ਜਦੋਂ ਉੱਪਰ ਨੂੰ ਖਿੱਚਦੇ ਹਨ, ਕੁੰਭਕ ਸ਼ਕਤ ਪ੍ਰਮਾਣ ਰਖੰਤ। ਔਰ ਸ਼ਕਤੀ ਪ੍ਰਮਾਣ ਸਹਿਤ ਉੱਥੇ ਫਿਰ ਕੁੰਭਕ ਕਰਦੇ ਨੇ। ਜਦੋਂ ਉੱਪਰ ਨੂੰ ਖਿੱਚਦੇ ਨੇ ਉਹਨੂੰ ਕਹਿੰਦੇ ਨੇ ਪੂਰਕ। ਜਦੋਂ ਇੱਥੇ ਜਾ ਕੇ ਸਵਾਸਾਂ ਨੂੰ ਰੋਕ ਲੈਂਦੇ ਆ 10ਵੇਂ ਦੁਆਰ ਦੇ ਵਿੱਚ, ਉਹਨੂੰ ਕਹਿੰਦੇ ਨੇ ਕੁੰਭਕ। ਕਹਿੰਦੇ ਫਿਰ ਉਹਨੂੰ ਓਨੀ ਸ਼ਕਤੀ ਦੇ ਸਹਿਤ, ਪ੍ਰਮਾਣ ਸ਼ਕਤੀ ਦੇ ਸਹਿਤ ਉਹਨੂੰ ਕੁੰਭਕ ਕਰਕੇ ਰੋਕਦੇ ਹਨ। ਰੇਚੈ ਖੋੜ ਸਮਾਤਰ ਸੂਰਜ ਕਰ। ਫਿਰ ਜਿਹੜੀ ਸੂਰਜ ਦੀ ਨਾੜੀ ਹੈ ਸੱਜੀ, ਇਹਦੇ ਦੁਆਰਾ ਫਿਰ 16 ਮਾਤਰਾਵਾਂ ਵਿੱਚ ਉਹਨੂੰ, ਜਦੋਂ ਉੱਪਰ ਚਾੜਿਆ ਉਦੋਂ 12 ਮਾਤਰਾ ਸੀ, ਜਦੋਂ ਉਹਦਾ ਤਿਆਗ ਕੀਤਾ ਤੇ ਫਿਰ ਉਹਦਾ ਸੱਜੀ ਨਾੜੀ ਰਾਹੀਂ ਤਿਆਗ ਕਰਨ ਵੇਲੇ 16 ਮਾਤਰਾਵਾਂ ਦੇ ਵਿੱਚ ਉਹਨੂੰ ਤਿਆਗਿਆ। ਕਹਿੰਦੇ ਜਿਹੜੇ ਤਾਂ ਇਹ ਪ੍ਰਕਿਰਿਆ ਕਰਨ ਵਾਲੇ ਯੋਗੀ ਨੇ, ਪ੍ਰਾਣਾਯਾਮ ਕਰਨ ਵਾਲੇ ਯੋਗੀ ਹਨ। ਪ੍ਰਾਣਾਯਾਮ ਕਨਿਸ਼ਟ ਪਛਾਨ। ਇਹ ਕਨਿਸ਼ਟ ਪ੍ਰਾਣਾਯਾਮ ਹੈ, ਯਾਨੀ ਕਿ ਸਭ ਤੋਂ ਲੋ ਲੈਵਲ ਦਾ ਪ੍ਰਾਣਾਯਾਮ ਹੈ। ਵੀ ਜਿਹੜਾ ਇੰਨੀ ਕੁ ਵਾਰ 12 ਮਾਤਰਾਵਾਂ ਕਰਕੇ ਓੰਕਾਰ ਨੂੰ ਚੜਾ ਕੇ ਤੇ ਸ਼ਕਤੀ ਪ੍ਰਮਾਣ ਸਹਿਤ ਉਹਨੂੰ ਕੁੰਭਕ ਕਰਕੇ ਰੋਕੇ ਤੇ ਫਿਰ 16 ਮਾਤਰਾਵਾਂ ਕਰਕੇ ਸੱਜੀ ਨਾਸਿਕਾ ਦੁਆਰਾ, ਪਿੰਗਲਾ ਦੁਆਰਾ ਉਹਨੂੰ ਰੇਚਕ ਕਰ ਦੇਵੇ, ਤਿਆਗ ਦੇਵੇ। ਕਹਿੰਦੇ ਇਹ ਜਿਹੜਾ ਸਭ ਤੋਂ ਨੀਵੇਂ ਲੈਵਲ ਦਾ ਪ੍ਰਾਣਾਯਾਮ ਹੈ ਉਹ ਇਹ ਕਿਹਾ ਜਾਂਦਾ, ਜਿਸ ਨੂੰ ਕਨਿਸ਼ਟ ਪ੍ਰਾਣਾਯਾਮ ਕਹਿੰਦੇ ਹਨ। ਇਸੈ ਕਰਹਿ ਦੁਗਨੀ ਕਹਿ ਮਧਿਅਮ। ਫਿਰ ਦੂਸਰਾ ਹੈ ਮੱਧਮ ਪ੍ਰਾਣਾਯਾਮ, ਜਿਹੜਾ ਦੂਸਰੀ ਕੈਟਾਗਰੀ ਵਿੱਚ ਆ ਜਾਂਦਾ। ਪਹਿਲਾਂ ਸਭ ਤੋਂ ਥੱਲੜਾ, ਫਿਰ ਹੁਣ ਦੂਜੇ ਨੰਬਰ ਦੇ ਉੱਤੇ ਜਿਹੜਾ ਥੋੜਾ ਜਿਹਾ ਉਹਦੇ ਤੋਂ ਉੱਤਮ ਹੋ ਜਾਂਦਾ, ਮੱਧਮ, ਉਹਨੂੰ ਮੱਧਮ ਪ੍ਰਾਣਾਯਾਮ ਕਹਿੰਦੇ ਨੇ। ਉਹਦੇ ਵਿੱਚ ਕੀ ਹੁੰਦਾ ਹੈ ਕਿ 12 ਮਾਤਰਾਵਾਂ ਦੀ ਬਜਾਏ 24 ਮਾਤਰਾਵਾਂ ਚੜਾਣੀਆਂ ਈੜਾ ਰਾਹੀਂ, ਕਿਉਂਕਿ ਜਿਹੜੇ ਕਨਿਸ਼ਟ ਸੀ ਉਹ ਤਾਂ 12 ਵਾਰੀ ਚੜਾਇਆ ਉਹਨਾਂ ਨੇ। ਜਿਹੜੇ ਮੱਧਮ ਪ੍ਰਾਣਾਯਾਮ ਕਰਨ ਵਾਲੇ ਨੇ ਉਹ ਨਾ ਓੰਕਾਰ ਨੂੰ 24 ਮਾਤਰਾਵਾਂ ਕਰਕੇ ਫਿਰ ਆਪਣੀ ਨਾਸਿਕਾ ਦੁਆਰਾ ਚੜਾਉਂਦੇ ਆ। ਫਿਰ ਉਹਨੂੰ ਰੋਕਦੇ ਨੇ ਆਪਣੇ ਮਸਤਕ ਦੇ ਉੱਤੇ ਤੇ ਫਿਰ ਜਦੋਂ ਤਿਆਗਦੇ ਨੇ, ਉਹਨੇ ਜਿਹੜਾ ਕਨਿਸ਼ਟ ਸੀ ਉਹਨੇ 16 ਮਾਤਰਾ ਕਰਕੇ ਤਿਆਗਿਆ। ਜਿਹੜਾ ਮੱਧਮ ਪ੍ਰਾਣਾਯਾਮ ਕਰਨ ਵਾਲਾ ਉਹ 16 ਤੋਂ ਦੁੱਗਣਾ ਯਾਨੀ ਕਿ 32 ਮਾਤਰਾਵਾਂ ਕਰਕੇ ਉਹਦਾ ਤਿਆਗ ਕਰਦਾ ਹੈ। ਉਹਨੂੰ ਮੱਧਮ ਪ੍ਰਾਣਾਯਾਮ ਕਿਹਾ ਜਾਂਦਾ ਹੈ। ਤ੍ਰਿਗੁਣੀ ਮਾਤਰ ਸੋ ਉੱਤਮ
ਜਾਨ। ਜਿਹੜਾ ਫਿਰ ਇਹਦੇ ਤੋਂ 3 ਗੁਣਾ ਕਰ ਦੇਵੇ, ਯਾਨੀ ਕਿ 12 24, ਤੇ ਫਿਰ ਉਹਨੂੰ 12 ਵਿੱਚ ਹੋਰ ਜੋੜ ਕੇ 36 ਵਾਰ ਕਹਿੰਦੇ ਨਾਸਕਾ ਦੇ ਵਿੱਚੋਂ ਆਪਣੇ ਉਸ ਮੰਤਰ ਨੂੰ ਚੜਾਵੇ, ਓੰਕਾਰ ਨੂੰ ਈੜਾ ਰਾਹੀ, ਔਰ 36 ਵਾਰ ਉਹਨੂੰ ਨਾਸਕਾ ਵਿੱਚ ਚੜਾ ਕੇ ਪ੍ਰਮਾਣ ਸ਼ਕਤੀ ਸਹਿਤ ਉਹਨੂੰ ਕੁੰਭਕ ਕਰਕੇ ਰੋਕੇ, ਫਿਰ ਸੱਜੀ ਨਾਸਕਾ ਦੁਆਰਾ 64, ਯਾਨੀ ਕਿ ਫਿਰ 32 ਦੇ ਵਿੱਚ ਫਿਰ ਅੱਗੇ ਹੋਰ ਜਦੋਂ 16 ਜੋੜ ਦਈਏ ਤੇ ਜਿਤਨੀ ਉਹ ਗਿਣਤੀ ਬਣੇਗੀ ਗੁਣਾ ਕਰਕੇ 3 ਗੁਣਾ ਕਰਕੇ, ਕਹਿੰਦੇ ਫਿਰ ਉਹਦੀ ਮਾਤਰਾਵਾਂ ਜਦੋਂ ਤਿਆਗ ਕਰਦਾ ਹੈ ਉਹਨੂੰ ਉੱਤਮ ਪ੍ਰਾਣਾਯਾਮੀ ਕਹਿੰਦੇ ਨੇ। ਵੀ ਇੰਨੀ ਸਵਾਸਾਂ ਦੀ ਲੰਮੀ ਪਕੜ ਹੋ ਗਈ ਆ ਉਹਦੀ, ਕਿਉਂਕਿ ਯੋਗ ਦੇ ਵਿੱਚ ਪ੍ਰਾਣਾਂ ਦੇ ਉੱਤੇ ਨਿਰੰਤਰ ਕਰਨਾ ਸਿਖਾਉਂਦੇ ਕਿ ਤੁਸੀਂ ਆਪਣੇ ਪ੍ਰਾਣਾਂ ਦੇ ਉੱਤੇ ਨਿਰੰਤਰਨ ਕਰੋ। ਉਹ ਕਹਿੰਦੇ ਨੇ, ਉਹਨਾਂ ਦਾ ਇਹ ਮੰਨਣਾ ਹੈ ਯੋਗ ਸ਼ਾਸਤਰ ਵਾਲਿਆਂ ਦਾ, ਕਿ ਜਦੋਂ ਤੁਸੀਂ ਪ੍ਰਾਣ ਰੋਕ ਲਵੋਗੇ ਤੁਹਾਡਾ ਮਨ ਵੀ ਰੁਕ ਜਾਏਗਾ। ਤੁਸੀਂ 1 ਮਿੰਟ ਵਾਸਤੇ ਤਕਰੀਬਨ 40 ਸਕਿੰਟ ਲਈ ਜਾਂ 50 ਸਕਿੰਟ ਲਈ ਆਪਾਂ ਆਪਣੇ ਸਵਾਸ ਰੋਕ ਸਕਦੇ ਹਾਂ, ਆਪਣਾ ਸਾਹ ਜਿਹੜਾ ਆਪਾਂ ਰੋਕ ਸਕਦੇ ਹਾਂ 50 ਸਕਿੰਟ, ਕੋਈ 40 ਸਕਿੰਟ ਲਈ ਰੋਕ ਲੈਂਦਾ, ਕੋਈ 30 ਸਕਿੰਟ ਲਈ ਰੋਕ ਲੈਂਦਾ, ਕੋਈ 1 ਮਿੰਟ ਵਾਸਤੇ ਵੀ ਰੋਕ ਲੈਂਦਾ। ਕਈਆਂ ਦਾ ਇੰਨਾ ਵਧਿਆ ਹੁੰਦਾ ਵੀ ਉਹ 2-2 ਮਿੰਟ 1.5 ਮਿੰਟ ਤੱਕ ਵੀ ਤੁਸੀਂ ਰੋਕ ਕੇ ਵੇਖੋ, ਕਦੇ ਪ੍ਰੈਕਟੀਕਲ ਕਰਕੇ ਵੇਖੋ ਕਿ ਜੇ ਤੁਸੀਂ 40 ਸਕਿੰਟ ਲਈ ਵੀ ਆਪਣਾ ਸਵਾਸ ਰੋਕੇ ਨੇ, ਜਿੰਨਾ ਚਿਰ ਸਵਾਸ ਰੁਕੇ ਨੇ ਉਹਨਾਂ ਚਿਰ ਮਨ ਵੀ ਰੁਕਿਆ ਰਹਿੰਦਾ। ਉਹਨਾਂ ਦਾ ਇਹ ਮੰਨਣਾ ਹੈ ਕਿ ਜਦੋਂ ਸਵਾਸ ਬਾਹਰ ਨੂੰ ਜਾਂਦੇ ਨੇ ਸਾਡਾ ਮਨ ਉਹਨਾਂ ਸਵਾਸਾਂ ਦੇ ਉੱਤੇ ਟਰੈਵਲ ਕਰਕੇ ਬਾਹਰ ਨੂੰ ਜਾਂਦਾ ਹੈ। ਜਦੋਂ ਸਵਾਸ ਰੋਕ ਲਵੋਗੇ, ਰੁਕ ਜਾਣਗੇ, ਪ੍ਰਾਣਾਂ ਦੇ ਉੱਤੇ ਨਿਰੰਤਰਨ ਕਰ ਲੋਗੇ, ਫਿਰ ਤੁਹਾਡਾ ਮਨ ਵੀ ਅੰਦਰ ਟਿਕ ਜਾਏਗਾ। ਇਹ ਯੋਗੀਆਂ ਦੀ ਥਿਊਰੀ ਹੈ, ਇਹ ਥਿਊਰੀ ਉਹ ਮੰਨਦੇ ਆ। ਖੈਰ, ਇਸ ਕਰਕੇ ਕਹਿੰਦੇ ਜਿਵੇਂ ਜਿਵੇਂ ਉਹ ਸਵਾਸਾਂ ਦੀ ਪ੍ਰਕਿਰਿਆ ਮੁਤਾਬਕ ਓੰਕਾਰ ਸ਼ਬਦ ਨੂੰ ਦੁੱਗਣਾ ਤਿੱਗਣਾ ਕਰਦੇ ਚਲੇ ਜਾਂਦੇ ਨੇ, ਰੇਚਕ ਪੂਰਕ ਕੁੰਭਕ ਦੀ ਪ੍ਰਕਿਰਿਆ ਦੇ ਮੁਤਾਬਕ, ਤਿਵੇਂ ਤਿਵੇਂ ਫਿਰ ਉਹ ਕਨਿਸ਼ਟ ਮੱਧਮ ਤੇ ਉੱਤਮ ਪ੍ਰਾਣਾਯਾਮੀ ਜਿਹੜੇ ਨੇ ਉਹ ਹੁੰਦੇ ਚਲੇ ਜਾਂਦੇ ਹਨ। ਉਠੈ ਬਿਰਤ ਇੱਕ ਗ੍ਰਹਿਣ ਕਰੇ ਤਿਹ। ਹੁਣ ਗੁਰੂ ਖਾਲਸਾ ਜੀ 5ਵਾਂ ਅੰਗ ਯੋਗ ਦਾ ਦੱਸਦੇ ਨੇ। ਪ੍ਰਾਣਾਯਾਮ ਚੌਥਾ ਅੰਗ ਦੱਸ ਦਿੱਤਾ, ਪਹਿਲਾ ਯਮ ਦੱਸਿਆ, ਫਿਰ ਨੇਮ ਦੱਸਿਆ, ਫਿਰ ਆਸਣ ਦੱਸੇ ਨੇ, ਫਿਰ ਪ੍ਰਾਣਾਯਾਮ ਦੱਸਿਆ। ਹੁਣ 5ਵਾਂ ਜਿਹੜਾ ਅੰਗ ਹੈ ਯੋਗ ਦਾ ਉਹ ਹੈ ਪ੍ਰਤਿਹਾਰ। ਉਹ ਕੀ ਹੈ? ਉਹ ਹੈ ਕਿ ਜਦੋਂ ਤੁਹਾਡੇ ਅੰਦਰ ਕੋਈ ਵਿਰਤੀ ਉੱਠਦੀ ਹੈ, ਉਠੈ ਬ੍ਰਿਤ ਇੱਕ ਗ੍ਰਹਿਣ ਕਰੈ ਤੇ, ਜਦੋਂ ਬਿਰਤੀ ਉੱਠਣ ਲੱਗੇ ਉਹਨੂੰ ਇੱਕਦਮ ਪਕੜ ਲੈਣਾ, ਉੱਠਣ ਨਾ ਦੇਣਾ। ਮੰਨ ਲਓ ਜਿਵੇਂ ਫੁਰਨਾ ਉੱਠਣ ਲੱਗਾ, ਇੱਕਦਮ ਫੁਰਨੇ ਨੂੰ ਸ਼ਾਂਤ ਕਰ ਦੇਣਾ, ਫਿਰ ਉੱਠਣ ਲੱਗੇ ਫਿਰ ਉਹਨੂੰ ਸ਼ਾਂਤ ਕਰ ਦੇਣਾ, ਫਿਰ ਉੱਠਣ ਲੱਗੇ ਫਿਰ ਉਹਨੂੰ ਸ਼ਾਂਤ ਕਰ ਦੇਣਾ। ਇਹ ਜਿਹੜੀ ਪ੍ਰਕਿਰਿਆ ਹੈ ਇਹਨੂੰ ਕਹਿੰਦੇ ਨੇ ਪ੍ਰਤਿਹਾਰ ਤੇ ਨਾਮ ਪਹਿਚਾਨ। ਇਹਨੂੰ ਪ੍ਰਤਿਹਾਰ ਕਹਿੰਦੇ ਨੇ। ਜਿਹੜਾ 5ਵਾਂ ਅੰਗ ਹੈ ਨਾ ਯੋਗ ਦਾ, ਕਿ ਜਦੋਂ ਤੁਹਾਡੇ ਅੰਦਰ ਕੋਈ ਵਿਰਤੀ ਉੱਠੇ ਉਹਨੂੰ ਰੋਕ ਲੈਣਾ, ਉਹਨੂੰ ਕਾਬੂ ਕਰ ਲੈਣ ਦਾ ਨਾਮ ਪ੍ਰਤਿਹਾਰ ਕਿਹਾ ਜਾਂਦਾ ਹੈ। ਵਿਦ ਹਰ ਹਰ ਕੀ ਕੈ ਪੰਚ ਤਤ ਕੀ, ਕਰਨ ਧਾਰਣਾ ਇਸੈ ਬਖਾਨ। ਔਰ ਫਿਰ ਅੱਗੇ ਜਾ ਕੇ ਆਉਂਦਾ ਹੈ 6ਵਾਂ, ਜਿਹਨੂੰ ਕਿਹਾ ਜਾਂਦਾ ਹੈ ਧਾਰਣਾ। 6ਵਾਂ ਅੰਗ ਯੋਗ ਦਾ ਉਹ ਧਾਰਣਾ ਹੈ। ਉਹ ਕੀ ਹੈ ਕਿ ਵਿਦ ਬ੍ਰਹਮਾ ਨੂੰ ਕਹਿੰਦੇ ਨੇ, ਹਰ ਵਿਸ਼ਨੂੰ ਨੂੰ ਕਹਿੰਦੇ ਨੇ, ਫਿਰ ਅੱਗੇ ਹਰ ਜਿਹੜਾ ਰਾਰਾ ਮੁਕਤਾ ਆਵੇ ਤੇ ਕੱਲਾ ਹਾਹਾ ਰਾਰਾ ਹੋਵੇ, ਉਹਦਾ ਮਤਲਬ ਹੋ ਜਾਂਦਾ ਸ਼ਿਵ ਜੀ। ਕਿ ਉਹਨਾਂ ਤਿੰਨਾਂ ਦੇਵਤਿਆਂ ਦੇ ਵਿੱਚ ਜਿਹੜੀ ਜੋਤ ਸੱਤਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ, ਉਹਨੂੰ ਗ੍ਰਹਿਣ ਕਰਨਾ। ਫਿਰ ਜਿਹੜੇ 5 ਤੱਤ ਨੇ, 5 ਤੱਤਾਂ ਦੇ ਜਿਹੜੇ ਗੁਣ ਨੇ ਉਹਨਾਂ ਨੂੰ ਧਾਰਨਾ। ਜਿਵੇਂ ਹਵਾ ਦੇ ਵਿੱਚ ਨਿਰਲੇਪਪੁਣਾ, ਆਕਾਸ਼ ਨਿਰਖੋਭ ਹੈ, ਪਾਣੀ ਵਿੱਚ ਨਿਰਮਲਤਾਈ ਹੈ, ਨਿਰਮਾਣਤਾ ਵੀ ਹੈ, ਧਰਤੀ ਵਿੱਚ ਜਰਨ ਦੀ ਸ਼ਕਤੀ ਹੈ, ਧੀਰਜ ਹੈ ਧਰਤੀ ਵਿੱਚ, ਅਗਨੀ ਦੇ ਵਿੱਚ ਆਕਰਸ਼ਣ ਦੀ ਹੈ, ਜਾਂ ਉਹਦੇ ਚ ਜੋ ਕੁਝ ਪੈਂਦਾ ਸਭ ਦਗਧ ਹੁੰਦਾ ਚਲਿਆ ਜਾਂਦਾ ਹੈ। ਔਰ ਉਹਨੂੰ ਪਵਿੱਤਰ ਵੀ ਕਿਹਾ ਜਾਂਦਾ ਹੈ, ਅਗਨੀ ਨੂੰ ਪਵਿੱਤਰ ਵੀ ਮੰਨਿਆ ਹੈ। ਇਹ 5 ਤੱਤਾਂ ਦੇ ਜਿਹੜੇ ਗੁਣ ਨੇ ਉਹਨਾਂ ਨੂੰ ਧਾਰਨ ਕਰਨ ਦਾ ਨਾਮ ਹੈ ਧਾਰਨਾ।
ਇਹ ਯੋਗ ਦਾ 6ਵਾਂ ਅੰਗ ਦੱਸਿਆ ਧਾਰਨਾ, ਕਿ ਪੰਜਾਂ ਤੱਤਾਂ ਦੀ, ਫਿਰ ਬ੍ਰਹਮਾ ਵਿਸ਼ਨੂੰ ਮਹੇਸ਼ ਦੇ ਜਿਹੜੇ ਅੰਦਰ ਆਤਮਾ ਸਵਰੂਪ ਈਸ਼ਵਰ ਅਕਾਲ ਪੁਰਖ ਹੈ, ਉਸ ਨੂੰ ਧਾਰਨ ਕਰਨ ਦਾ ਨਾਮ ਹੈ ਧਾਰਨਾ। ਇਹ ਧਾਰਨਾ ਕਹੀ ਜਾਂਦੀ ਹੈ। ਏਕ ਬਿਖੈ ਬ੍ਰਿਤ ਟਿਕ ਹੈ ਧਿਆਨ ਸੋ ਲਖ ਹੋ। ਹਾਂਜੀ, ਅੱਧੀ ਪੰਕਤੀ। ਸਮਾਧੀ ਦੋਏ ਪ੍ਰਕਾਰ। ਕਹਿੰਦੇ ਫਿਰ ਅੱਗੇ 7ਵਾਂ ਅੰਗ ਹੈ ਯੋਗ ਦਾ ਧਿਆਨ। ਧਿਆਨ ਕਿਸ ਨੂੰ ਕਹਿੰਦੇ ਆ? ਪਹਿਲਾਂ ਧਾਰਨਾ ਆ ਗਈ, ਫਿਰ ਆਇਆ ਧਿਆਨ। ਇੱਕ ਦੇ ਵਿੱਚ ਬਿਰਤੀ ਦਾ ਟਿਕ ਜਾਣਾ, ਇੱਕ ਵਿੱਚ, ਉਹਨੂੰ ਧਿਆਨ ਕਿਹਾ ਜਾਂਦਾ ਹੈ। ਜਦੋਂ ਪੂਰਾ ਇੱਕ ਦੇ ਵਿੱਚ ਧਿਆਨ ਕੇਂਦਰਿਤ ਹੋ ਗਿਆ। ਧਿਆਨ ਦੀ ਸਾਧਨਾ ਕਰਨ ਵਾਸਤੇ ਯੋਗੀ ਜਨ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਸੀ। ਤਰਾਟਕ ਕਰਨਾ, ਨਟਰਾਜ ਕਰਨਾ, ਹੋਰ ਕਈ ਤਰ੍ਹਾਂ ਦੇ ਤਰੀਕਿਆਂ ਦੀ ਵਰਤੋਂ ਕਰਕੇ, ਯੋਗ ਆਸਣ ਕਰਕੇ ਆਪਣੇ ਧਿਆਨ ਨੂੰ ਇੱਕ ਜਗ੍ਹਾ ਤੇ ਟਿਕਾਉਣ ਦਾ ਯਤਨ ਕਰਨਾ। ਜਦੋਂ ਇੱਕ ਪਰਮਾਤਮਾ ਵਿੱਚ ਧਿਆਨ ਟਿਕ ਗਿਆ, ਇੱਕ ਵਿੱਚ ਬਿਰਤੀ ਟਿਕ ਗਈ, ਉਹਨੂੰ ਕਹਿੰਦੇ ਨੇ ਧਿਆਨ। ਫਿਰ ਜਦੋਂ ਧਿਆਨ ਪੱਕ ਜਾਂਦਾ ਹੈ, ਤੇ ਧਿਆਨ ਪੱਕ ਜਾਏ ਤੇ ਫਿਰ ਉਹਦੀ ਬਣਦੀ ਹੈ ਸਮਾਧੀ, ਜਿਹੜਾ 8ਵਾਂ ਅੰਗ ਹੈ ਯੋਗ ਦਾ। ਇੱਥੇ ਆ ਕੇ ਉਹ ਬਸ ਕਰ ਦਿੰਦੇ ਆ ਵੀ ਬਸ ਸਮਾਧੀ ਤੱਕ ਪਹੁੰਚ ਗਏ ਤੇ ਸਾਡੀ ਜਿਹੜੀ ਘਾਲਣਾ ਸੀ ਸਫਲ ਹੋ ਗਈ। ਜਦੋਂ ਧਿਆਨ ਦੀ ਅਵਸਥਾ ਪੱਕ ਜਾਂਦੀ ਹੈ, ਫਿਰ ਉਹ ਸਮਾਧੀ ਦਾ ਰੂਪ ਲੈ ਲੈਂਦੀ ਹੈ, ਉਹਨੂੰ ਕਹਿੰਦੇ ਨੇ ਸਮਾਧੀ। ਇਹ 8ਵਾਂ ਅੰਗ ਹੈ ਯੋਗ ਦਾ। ਜਿਹੜੀ ਸਮਾਧੀ ਹੈ ਉਹ ਵੀ 2 ਪ੍ਰਕਾਰ ਦੀ, ਪਿੱਛੇ ਜਿਵੇਂ ਆਪ ਜੀ ਨੇ ਸੁਣਿਆ, ਨਿਰਵਿਕਲਪ ਤੇ ਸਾਵਿਕਲਪ 2 ਪ੍ਰਕਾਰ ਦੀ ਸਮਾਧੀ ਹੈ। ਹਾਂਜੀ, ਇੱਕ ਸਵਿਕਲਪ, ਦੁਤੀ ਨਿਰਵਿਕਲਪ। ਇੱਕ ਸਾਵਿਕਲਪ ਸਮਾਧੀ ਹੈ ਜਿਹਦੇ ਚ ਫੁਰਨਾ ਰਹਿੰਦਾ ਹੈ, ਧਿਆਨ ਧਿਆਤਾ ਤੇ ਦੀ ਤ੍ਰਿਪਟੀ ਬਣੀ ਰਹਿੰਦੀ ਹੈ। ਦੂਸਰੀ ਨਿਰਵਿਕਲਪ ਹੈ ਜਿਹਦੇ ਵਿੱਚ ਧਿਆਨ ਧਿਆਤਾ ਤੇ ਦੀ ਤ੍ਰਿਪਟੀ ਸਮਾਪਤ ਹੋ ਜਾਂਦੀ ਹੈ। ਅੰਗ ਜੋਗ ਕੇ ਅਸ਼ਟ ਵਿਚਾਰ। ਇਹ ਗੁਰਮੁਖੋ, ਇਹ ਯੋਗ ਦੇ 8 ਅੰਗ ਨੇ, ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਵਿਚਾਰ ਲਓ। ਭਾਈ ਦਇਆ ਸਿੰਘ ਜੀ ਕਹਿੰਦੇ ਇਹ ਜਿਹੜੇ ਯੋਗ ਦੇ ਨੇ 8 ਅੰਗ ਆਪ ਜੀ ਨੂੰ ਦੱਸੇ ਨੇ, ਇਹਨਾਂ ਨੂੰ ਹੁਣ ਆਪ ਜੀ ਨੇ ਚੰਗੀ ਤਰ੍ਹਾਂ ਵਿਚਾਰ ਲੈਣਾ ਹੈ। ਸ਼ਰੋਤਰ ਤੁਚਾ ਚਖ ਜੀਹਰੁ ਨਾਸਾ। ਹੁਣ ਗਿਆਨ ਇੰਦਰੀਆਂ ਦੱਸਦੇ ਨੇ 5। ਪਿੱਛੇ ਜ਼ਿਕਰ ਤਾਂ ਆ ਗਿਆ ਵੀ 5 ਗਿਆਨ ਇੰਦਰੀਆਂ ਹੁੰਦੀਆਂ ਨੇ, 5 ਉਹਨਾਂ ਦੀਆਂ ਕਰਮ ਇੰਦਰੀਆਂ ਨੇ, ਫਿਰ ਅੱਗੇ ਉਹਨਾਂ ਦੇ 5 ਵਿਸ਼ੇ ਨੇ, ਫਿਰ ਅੱਗੇ ਉਹਨਾਂ ਨੂੰ ਪ੍ਰਕਾਸ਼ਣ ਵਾਲੇ ਉਹਨਾਂ ਦੇ ਦੇਵਤੇ ਨੇ। ਪਿੱਛੇ ਆਇਆ ਨਾ ਜ਼ਿਕਰ ਵੀ 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ ਔਰ 4 ਅੰਤਸ਼ਕਰਨ ਦੀਆਂ ਬਿਰਤੀਆਂ, 14 ਹੀ ਉਹਨਾਂ ਦੇ ਵਿਸ਼ੇ ਨੇ। ਅੱਗੇ ਫਿਰ ਉਹਨਾਂ ਦੇ 14 ਹੀ ਦੇਵਤੇ ਨੇ। 42 ਦਾ ਜ਼ਿਕਰ ਆਇਆ ਸੀ ਨਾ ਪਿੱਛੇ ਵੀ, ਇਹ 42 ਜਿੱਥੇ ਰਹਿੰਦੇ ਨੇ ਉਹਨੂੰ ਜਾਗਰਤ ਅਵਸਥਾ ਕਹਿੰਦੇ ਆ, ਜਿੱਥੇ 42 ਦੇ 42 ਫੁਰਦੇ ਨੇ। ਹੁਣ ਉਹਨਾਂ 42 ਦੀ ਗਿਣਤੀ ਕਰਕੇ ਦੱਸਣ ਲੱਗੇ ਨੇ ਵੀ 5 ਗਿਆਨ ਇੰਦਰੀਆਂ ਕਿਹੜੀਆਂ ਨੇ, 5 ਕਰਮ ਇੰਦਰੀਆਂ ਕਿਹੜੀਆਂ ਨੇ, ਫਿਰ ਅੱਗੇ ਉਹਨਾਂ ਦੇ ਵਿਸ਼ੇ ਕਿਹੜੇ ਨੇ, ਉਹਨਾਂ ਦੇ ਅਧਿ ਦੇਵਤੇ ਕਿਹੜੇ ਨੇ, ਉਹਦੇ ਬਾਰੇ ਦੱਸਣ ਲੱਗੇ ਨੇ। ਹੁਣ ਪਹਿਲਾਂ ਗਿਆਨ ਇੰਦਰੀਆਂ ਬਾਰੇ ਸੁਣੋ, ਪੜੋ ਜੀ ਦੁਬਾਰਾ। ਸ਼ਰੋਤਰ ਤੁਚਾ ਚਖ ਜੀਹਰੁ ਨਾਸਾ। ਪਹਿਲਾ ਹੈ ਸ਼ਰੋਤਰ ਦਾ ਮਤਲਬ ਹੁੰਦਾ ਕੰਨ, ਇਹ ਗਿਆਨ ਇੰਦਰੀ, ਦੇ ਰਾਹੀਂ ਸ਼ਬਦ ਦਾ ਗਿਆਨ ਹੁੰਦਾ ਹੈ। ਦੂਸਰੀ ਗਿਆਨ ਇੰਦਰੀ ਹੈ ਅੱਖਾਂ, ਇਹਦੇ ਨਾਲ ਰੂਪ ਦਾ ਗਿਆਨ ਹੁੰਦਾ ਹੈ। ਇਸੇ ਤਰ੍ਹਾਂ ਤੀਸਰੀ ਹੈ ਜੀਵ, ਜ਼ੁਬਾਨ, ਇਹਦੇ ਨਾਲ ਸਵਾਦ ਦਾ ਵੀ, ਇਹ ਕੌੜਾ ਕਸੈਲਾ ਕਿਹੜਾ, ਉਹ ਗਿਆਨ ਹੁੰਦਾ ਹੈ। ਇਸੇ ਤਰ੍ਹਾਂ 5ਵੀਂ ਗਿਆਨ ਇੰਦਰੀ ਹੈ ਨਾਸਕਾ, ਸਾਡੀ ਜਿਹੜੀ ਨੱਕ ਹੈ ਵੀ ਗਿਆਨ ਇੰਦਰੀ ਹੈ, ਇਹਦੇ ਨਾਲ ਸੁਗੰਧੀ ਦੁਰਗੰਧੀ ਦਾ ਗਿਆਨ ਹੁੰਦਾ ਹੈ। ਇਸੇ ਤਰ੍ਹਾਂ 5ਵੀਂ ਗਿਆਨ ਇੰਦਰੀ ਹੈ ਸਾਡੀ ਆ ਜਿਹੜੀ ਸਕਿਨ ਹੈ, ਚਮੜੀ, ਇਹਦੇ ਨਾਲ ਅਸੀਂ ਠੰਡੇ ਗਰਮ ਦਾ, ਮੁਲਾਇਮ ਸਖਤ ਦਾ ਗਿਆਨ ਸਾਨੂੰ ਪ੍ਰਾਪਤ ਹੁੰਦਾ ਹੈ। ਇਹ ਜਿਹੜੀਆਂ 5 ਗਿਆਨ ਇੰਦਰੀਆਂ ਕਹੀਆਂ ਜਾਂਦੀਆਂ ਨੇ। ਹੁਣ ਅੱਗੇ 5 ਕਰਮ ਇੰਦਰੀਆਂ ਸੁਣੋ। ਵਾਕ ਪਾਨ ਪਦ ਗੁਦਾ ਉਪਸਥੰ। ਵਾਕ ਬੋਲਣਾ, ਸਾਡੀ ਜਿਹੜੀ ਜ਼ੁਬਾਨ ਹੈ ਕਰਮ ਇੰਦਰੀ ਵੀ ਹੈ, ਗਿਆਨ ਇੰਦਰੀ ਵੀ ਹੈ। ਇਹ ਕਰਮ ਇੰਦਰੀ ਵੀ ਹੈ। ਕਰਮ ਇੰਦਰੀ ਕਿਉਂਕਿ ਬੋਲਣ ਦੀ ਪ੍ਰਕਿਰਿਆ ਇਹਦੇ ਵਿੱਚ ਹੁੰਦੀ, ਇਸ ਕਰਕੇ ਕਹਿੰਦੇ ਨੇ ਵਾਕ। ਦੂਸਰੀਆਂ ਕਰਮ ਇੰਦਰੀਆਂ ਨੇ ਸਾਡੇ ਜਿਹੜੇ ਹੱਥ ਨੇ, ਇਹਨਾਂ ਨਾਲ ਪਕੜਨ ਦਾ ਕੰਮ ਕਰਦੇ ਆ। ਪਦ ਦਾ ਮਤਲਬ ਹੁੰਦਾ ਪੈਰ,
ਪੈਰਾਂ ਨਾਲ ਚੱਲਣ ਦਾ ਕੰਮ ਕਰਦੇ ਹਾਂ। ਇਸ ਕਰਕੇ ਤੀਸਰੀ ਗਿਆਨ ਇੰਦਰੀ ਗੁਦਾ, ਜਿਸ ਦੁਆਰਾ ਮਲ ਦਾ ਤਿਆਗ ਕਰਦੇ ਹਾਂ। ਉਪਸਥੰ, ਜਿਸ ਦੁਆਰਾ ਕਾਮ ਆਨੰਦ ਪ੍ਰਾਪਤ ਹੁੰਦਾ ਹੈ। ਉਪਸਥੰ, ਇਹ 5 ਕਰਮ ਇੰਦਰੀਆਂ ਹਨ। ਉੱਪਰ 5 ਗਿਆਨ ਇੰਦਰੀਆਂ, ਫਿਰ ਇਹ 5 ਕਰਮ ਇੰਦਰੀਆਂ ਹਨ। ਸ਼ਬਦ ਸਪਰਸ ਰੂਪ ਰਸ ਗੰਧਿਅੰ। ਹੁਣ ਜਿਹੜੀਆਂ 5 ਗਿਆਨ ਇੰਦਰੀਆਂ ਨੇ ਉਹਨਾਂ ਦੇ ਅੱਗੇ 5 ਵਿਸ਼ੇ ਨੇ। 5 ਗਿਆਨ ਇੰਦਰੀਆਂ ਦੇ 5 ਵਿਸ਼ੇ ਕਿਹੜੇ ਨੇ? ਹੁਣ ਉਹ ਸੁਣੋ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨਾਲ ਸੰਖੇਪ ਦੇ ਵਿੱਚ, ਹਾਲਾਂਕਿ ਇਹਦੇ ਇੱਕ ਵਿਸ਼ੇ ਨੂੰ ਜਣਾਉਣ ਵਾਸਤੇ ਅੱਗੇ ਬੜਾ ਵਿਸਥਾਰ ਹੈ, ਪਰ ਸੰਖੇਪਤ ਰੂਪ ਦੇ ਵਿੱਚ ਜਾਣਕਾਰੀ ਦੇ ਰਹੇ ਨੇ ਭਾਈ ਦਇਆ ਸਿੰਘ ਜੀ ਖਾਲਸੇ ਨੂੰ, ਕਿਉਂਕਿ ਸ਼ਸਤਰ ਤੇ ਸ਼ਾਸਤਰ ਦੋਹਾਂ ਦਾ ਗਿਆਨ ਹੋਣਾ ਚਾਹੀਦਾ। ਤੋ 5 ਗਿਆਨ ਇੰਦਰੀਆਂ ਦੇ 5 ਵਿਸ਼ੇ ਨੇ। ਅੱਖਾਂ ਦਾ ਵਿਸ਼ਾ ਹੈ ਵੇਖਣਾ, ਚਮੜੀ ਦਾ ਵਿਸ਼ਾ ਹੈ ਸਪਰਸ਼, ਕੰਨਾਂ ਦਾ ਵਿਸ਼ਾ ਹੈ ਸੁਣਨਾ, ਅੱਖਾਂ ਦਾ ਵਿਸ਼ਾ ਹੈ ਵੇਖਣਾ, ਜ਼ੁਬਾਨ ਦਾ ਵਿਸ਼ਾ ਹੈ ਰਸ ਲੈਣਾ ਮਿੱਠਾ ਕੌੜਾ, ਤੇ ਨਾਸਕਾ ਦਾ ਵਿਸ਼ਾ ਹੈ ਗੰਧ। ਏਦਾਂ 5 ਗਿਆਨ ਇੰਦਰੀਆਂ ਦੇ ਇਹ 5 ਹੀ ਵਿਸ਼ੇ ਨੇ, ਸ਼ਬਦ ਸਪਰਸ਼ ਰੂਪ ਰਸ ਗੰਧ। ਪਾਤਸ਼ਾਹ ਨੇ ਗੁਰਬਾਣੀ 'ਚ ਇਹਨਾਂ ਦਾ ਜ਼ਿਕਰ ਕੀਤਾ। ਮ੍ਰਿਗ ਮੀਨ ਭਰਿੰਗ ਪਤੰਗ ਕੂੰਚਰ, ਏਕ ਦੋਖ ਵਿਨਾਸ਼, ਪੰਚ ਦੋਖ ਅਸਾਧ ਜਾਮੈ, ਤਾਂ ਕੀ ਕੇਤਕ ਆਸ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ 5 ਜੀਵ ਨੇ, ਮ੍ਰਿਗ, ਭਰਿੰਗ, ਮੀਨ, ਪਤੰਗ, ਕੂੰਚਰ। ਇਹ ਜੀ ਜਾਨਵਰ ਨੇ ਨਾ, ਪੰਛੀ ਨੇ, ਪਸ਼ੂ ਨੇ। ਇਹਨਾਂ 'ਚ ਕੇਵਲ ਇੱਕ ਦੋਸ਼। ਮ੍ਰਿਗ ਵਿੱਚ ਕੇਵਲ ਸੁਣਨ ਦਾ ਦੋਸ਼ ਹੈ। ਘੰਡੇ ਹੇੜੇ ਦੀ ਆਵਾਜ਼ ਸੁਣ ਕੇ ਸ਼ਿਕਾਰੀ ਨੂੰ ਸਿਰ ਦੇ ਦਿੰਦਾ। ਮੱਛੀ ਵਿੱਚ ਕੇਵਲ ਜ਼ੁਬਾਨ ਦਾ ਰਸ ਉਹ ਲੈਂਦੀ ਹੈ, ਕੁੰਡੀ 'ਚ ਫਸ ਜਾਂਦੀ ਹੈ। ਪਤੰਗਾ ਕੇਵਲ ਉਹਨੂੰ ਅੱਗ ਦੇ ਦੀਵੇ ਦੀ ਲਾਟ ਵੇਖਣ ਦਾ ਇੱਕੋ ਦੋਸ਼ ਹੈ ਉਹਦੇ ਵਿੱਚ, ਵੇਖਣ ਦਾ ਰੂਪ ਦਾ, ਉਹਦੇ 'ਚ ਸੜ ਮਰਦਾ ਹੈ। ਭੌਰਾ ਕਮਲ ਦੇ ਫੁੱਲ ਦੀ ਸੁਗੰਧੀ ਲੈਣ ਦਾ, ਨੱਕ ਦੁਆਰਾ ਸੁਗੰਧੀ ਲੈਂਦਾ, ਇੱਕੋ ਦੋਸ਼ ਹੈ, ਉਸੇ ਕਮਲ ਦੇ ਫੁੱਲ ਵਿੱਚ ਮਿਚ ਕੇ ਮਰ ਜਾਂਦਾ ਹੈ। ਹਾਥੀ ਜਿਹਦੇ ਵਿੱਚ ਕੇਵਲ ਇੱਕੋ ਹੱਥਣੀ ਨਾਲ ਸਪਰਸ਼ ਕਰਨ ਦੀ ਇੱਕੋ ਦੋਸ਼ ਹੈ, ਉਹ ਕਾਗਜ਼ਾਂ ਦੀ ਹਸਤਨੀ ਵੇਖ ਕੇ ਜਦੋਂ ਦੌੜਦਾ ਹੈ ਤੇ ਟੋਏ ਤੇ ਡਿੱਗ ਜਾਂਦਾ, ਸਾਰੀ ਜ਼ਿੰਦਗੀ ਮੁਹਾਵਤਾਂ ਦੇ ਕੁੰਡੇ ਸਹਿੰਦਾ ਰਹਿੰਦਾ ਹੈ। ਭਗਤ ਜੀ ਕਹਿੰਦੇ ਨਾ, 5 ਵਿੱਚ ਕੇਵਲ ਇੱਕ ਦੋਸ਼ ਸੀ ਤੇ 5 ਦਾ ਨਾਸ ਹੋ ਗਿਆ। ਉਹ ਬੰਦਿਆ, ਤੇਰੇ ਵਿੱਚ ਤਾਂ 5 ਹੀ ਨੇ, ਤੂੰ ਕਿਵੇਂ ਬਚੇਗਾ? ਤੇਰੇ ਵਿੱਚ ਤਾਂ 5 ਹੀ ਨੇ। ਤੈਨੂੰ ਅੱਖਾਂ ਨਾਲ ਵੇਖਣਾ ਵੀ ਚੰਗਾ ਲੱਗਦਾ ਹੈ, ਤੈਨੂੰ ਕੰਨਾਂ ਨਾਲ ਸੁਣਨ ਦਾ ਵੀ ਬੜਾ ਸ਼ੌਂਕ ਹੈ, ਤੈਨੂੰ ਜ਼ੁਬਾਨ ਨਾਲ ਰਸ ਲੈਣ ਦਾ ਵੀ ਸ਼ੌਂਕ ਹੈ, ਤੈਨੂੰ ਨੱਕ ਨਾਲ ਚੰਗੀਆਂ ਸੁਗੰਧੀਆਂ ਲੈਣ ਦਾ ਵੀ ਸ਼ੌਂਕ ਹੈ, ਤੇ ਚਮੜੀ ਨਾਲ ਸਪਰਸ਼ ਦਾ ਵੀ ਸ਼ੌਂਕ ਹੈ। ਤੇ ਸੱਜਣਾ, ਤੇਰਾ ਕੀ ਬਣੂਗਾ? ਇਸ ਕਰਕੇ ਉਹਦਾ ਗਿਆਨ ਦੇ ਰਹੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ। ਪਿੱਛੇ ਦੱਸ ਆਏ ਨੇ ਵੀ ਇਹ ਸਭ ਜੜ ਹੀ ਨੇ, ਅਸਲ ਤਾਂ ਸਾਡੀ ਆਤਮਾ ਹੈ, ਆਤਮਾ ਦਾ ਰਸ ਹੈ, ਇਹ ਜੜ ਨੇ। ਉਹ ਪਿੱਛੇ ਗਿਆਨ ਦੇ ਆਏ ਆ ਭਾਈ ਦਇਆ ਸਿੰਘ ਜੀ। ਖੈਰ, ਜਿਹੜੀਆਂ 5 ਗਿਆਨ ਇੰਦਰੀਆਂ ਨੇ, ਉਹਨਾਂ ਦੇ 5 ਵਿਸ਼ੇ ਸ਼ਬਦ ਸਪਰਸ਼ ਰੂਪ ਰਸ ਤੇ ਗੰਧ ਇਹ ਹਨ। ਕਹਿਣ ਗ੍ਰਹਿਣ ਗਤ ਆਨੰਦ ਵਿਸਰਗੰ। ਇਸੇ ਤਰ੍ਹਾਂ 5 ਜਿਹੜੀਆਂ ਕਰਮ ਇੰਦਰੀਆਂ ਨੇ, ਉਹਨਾਂ ਦੇ ਵੀ 5 ਅੱਗੇ ਵਿਸ਼ੇ ਨੇ। ਕਹਿਣ ਮੂੰਹ ਤੋਂ ਬੋਲਣਾ, ਗ੍ਰਹਿਣ ਹੱਥਾਂ ਨਾਲ ਪਕੜਨਾ, ਹੱਥ ਵੀ ਕਰਮ ਇੰਦਰੀਆਂ ਨੇ। ਤੇ ਕਹਿਣ ਗ੍ਰਹਿਣ ਗਤ, ਪੈਰਾਂ ਨਾਲ ਗਤ ਚੱਲਣਾ, ਪੈਰਾਂ ਵੀ ਕਰਮ ਇੰਦਰੀਆਂ ਨੇ। ਵਿਸਰਗੰ ਮਲ ਦਾ ਤਿਆਗ ਕਰਨਾ ਗੁਦਾ ਦੁਆਰਾ, ਉਹ ਵੀ ਕਰਮ ਇੰਦਰੀ ਹੈ। ਆਨੰਦੰ, ਔਰ ਜੋ ਲਿੰਗ ਹੈ ਜਿੱਥੋਂ ਜੀਵ ਦੀ ਉਤਪਤੀ ਹੁੰਦੀ ਹੈ, ਉਹ ਵੀ ਕਰਮ ਇੰਦਰੀ ਹੈ। ਹਾਂਜੀ। ਮਨ ਬੁੱਧ ਚਿੱਤ ਅਹੰਕਾਰ ਚਤੁਸ਼ਟੇ। ਫਿਰ ਅੱਗੇ 4 ਅੰਤਸ਼ਕਰਨ ਦੀਆਂ ਬਿਰਤੀਆਂ, 5 ਕਰਮ ਇੰਦਰੀਆਂ, 5 ਗਿਆਨ ਇੰਦਰੀਆਂ, ਫਿਰ ਅੱਗੇ ਉਹਨਾਂ ਦੇ ਵਿਸ਼ੇ ਦੱਸੇ ਨੇ 10। ਔਰ ਉਹਨਾਂ ਦੇ ਵਿਸ਼ੇ ਦੱਸਣ ਤੋਂ ਬਾਅਦ ਹੁਣ ਜਿਹੜੀਆਂ ਸਾਡੇ ਅੰਤਸ਼ਕਰਨ ਦੀਆਂ 4 ਬਿਰਤੀਆਂ ਨੇ, ਕਿਹੜੀਆਂ? ਮਨ, ਬੁੱਧ, ਚਿੱਤ ਤੇ ਅਹੰਕਾਰ। ਇਹ ਸਾਡੀਆਂ 4 ਅੰਤਸ਼ਕਰਨ ਦੀਆਂ ਬਿਰਤੀਆਂ। ਇਹਨਾਂ 4ਾਂ ਦਾ ਅੰਤਸ਼ਕਰਨ ਬਣਦਾ ਹੈ।
ਅੰਤःਕਰਨ ਕਿਹਨੂੰ ਕਹਿੰਦੇ ਨੇ? ਜਿਹੜਾ ਸਾਡੇ ਅੰਦਰ ਕੰਮ ਕਰਦਾ ਸਰੀਰ ਦੇ, ਉਹਨੂੰ ਅੰਤःਕਰਨ ਕਹਿੰਦੇ ਨੇ। ਜਿਹੜਾ ਅੰਦਰੋਂ ਕੰਮ ਕਰਦਾ, ਮਨ ਵੀ ਅੰਦਰੋਂ ਕੰਮ ਕਰਦਾ, ਚਿੱਤ ਵੀ, ਬੁੱਧੀ ਵੀ, ਅਹੰਕਾਰ ਵੀ। ਹਾਂ, ਇਹ ਚਾਰ ਬਿਰਤੀਆਂ ਦਾ ਅੰਤਸ਼ਕਰਨ ਹੈ। ਹੁਣ ਇਹਨਾਂ ਦੇ ਚਾਰ ਵਿਸ਼ੇ ਨੇ, ਮਨ ਦੇ, ਬੁੱਧੀ, ਚਿੱਤ ਤੇ ਅਹੰਕਾਰ ਦੇ, ਉਹ ਵੀ ਸੁਣੋ। ਸੰਕਲਪ ਨਿਸ਼ਚੈ ਅਨੁਸੰਨਾਧੰ ਗਰਵ। ਕਹਿੰਦੇ ਮਨ ਦਾ, ਬੁੱਧੀ, ਚਿੱਤ ਤੇ ਅਹੰਕਾਰ ਦੇ ਅੱਗੇ ਚਾਰ ਹੀ ਵਿਸ਼ੇ ਨੇ ਇਹਨਾਂ ਦੇ। ਮਨ ਦਾ ਵਿਸ਼ਾ ਹੈ ਸੰਕਲਪ ਕਰਨਾ। ਮਨ ਕੀ ਕਰਦਾ? ਫੁਰਨੇ ਕਰਦਾ ਹੈ। ਬੁੱਧੀ ਦਾ ਕੰਮ ਹੈ ਨਿਸ਼ਚੈ ਕਰਨਾ। ਬੁੱਧੀ ਨਿਸ਼ਚਾ ਕਰਦੀ ਹੈ ਨਾ, ਇਸ ਕਰਕੇ ਬੁੱਧੀ ਦਾ ਵਿਸ਼ਾ ਹੈ ਨਿਸ਼ਚਾ। ਫਿਰ ਹੈ ਚਿੱਤ ਦਾ ਕੰਮ ਹੈ ਅਨੁਸੰਧਾਨ ਕਰਨਾ। ਅਨੁਸੰਧਾਨ ਦਾ ਮਤਲਬ ਹੈ ਚੇਤੇ ਰੱਖਣਾ, ਸਿਮਰਤੀ ਵਿੱਚ ਰੱਖਣਾ। ਤੇ ਇਸੇ ਤਰ੍ਹਾਂ, ਹਾਂਜੀ ਫਿਰ ਪੜੋ ਜੀ। ਸੰਕਲਪ ਨਿਸ਼ਚੈ ਅਨੁਸੰਨਾਧੰ ਗਰਵ। ਔਰ ਜਿਹੜਾ ਮਨ ਵਿੱਚ ਹੰਕਾਰ ਹੈ, ਉਹ ਅਹੰਕਾਰ ਦੀ ਬਿਰਤੀ ਰੱਖਦਾ। ਜਿਹੜਾ ਕਹਿੰਦਾ ਵੀ ਮੇਰਾ ਸਰੀਰ ਹੈ, ਮੈਂ ਹਾਂ, ਉਹ ਜਿਹੜਾ ਮੈਂ ਕਹਿ ਰਿਹਾ ਵੀ ਮੇਰਾ, ਉਹਨੂੰ ਅਹੰਕਾਰ ਕਹਿੰਦੇ ਆ। ਉਹ ਮਨ 'ਚ ਕੰਮ ਕਰਦਾ। ਏਦਾਂ ਚਾਰ ਅੰਤਸ਼ਕਰਨ ਬਿਰਤੀਆਂ ਦੇ ਚਾਰ ਹੀ ਇਹ ਵਿਸ਼ੇ ਹਨ। ਦਿਸ਼ਾ ਪਾਨ ਰਵ ਜਲ ਪਤ। ਹੁਣ ਜਿਹੜੀਆਂ ਪੰਜ ਗਿਆਨ ਇੰਦਰੀਆਂ ਨੇ, ਉਹਨਾਂ ਦੇ ਪੰਜ ਦੇਵਤੇ ਜਿਹੜੇ ਉਹਨਾਂ ਨੂੰ ਪ੍ਰਕਾਸ਼ਦੇ ਨੇ, ਉਹਦੇ ਬਾਰੇ ਦੱਸਦੇ ਨੇ। ਉਹ ਹੈ, ਪਹਿਲਾ ਹੈ ਦਿਸ਼ਾ, ਦੂਸਰਾ ਹੈ ਪਵਨ, ਤੀਸਰਾ ਹੈ ਰਵੀ ਸੂਰਜ, ਔਰ ਚੌਥਾ ਹੈ ਜਲ। ਛਿਤ ਸੁਰ ਅਗਨੀ ਇੰਦਰ ਉਪਿੰਦਰ ਬਖਾਨ। ਫਿਰ ਛਿਤ ਧਰਣੀ, ਫਿਰ ਸੁਰ, ਇੰਦਰ, ਉਪਿੰਦਰ, ਅਗਨੀ, ਇਹ ਜਿਹੜੇ ਕਹੇ ਜਾਂਦੇ ਨੇ ਦੇਵਤੇ ਕਰਮ ਇੰਦਰੀਆਂ ਤੇ ਪੰਜ ਗਿਆਨ ਇੰਦਰੀਆਂ ਦੇ। ਪ੍ਰਜਾਪਤੀ ਮ੍ਰਿਤਜੂ ਸਸ ਬ੍ਰਹਮਾ। ਪ੍ਰਜਾਪਤੀ, ਮ੍ਰਿਤੂ, ਚੰਦਰਮਾ ਤੇ ਬ੍ਰਹਮਾ, ਇਹ ਜਿਹੜੇ ਕਹੇ ਜਾਂਦੇ ਹਨ। ਖੇਤਰਗ ਰੁਦਰ ਦੇਵਤਾ ਜਾਨ। ਖੇਤਰਗ ਤੇ ਰੁਦਰ, ਇਹ 14 ਦੇ ਫਿਰ ਜਿਹੜੇ ਅੱਗੇ 14 ਦੇਵਤੇ ਜਿਹੜੇ ਉਹਨਾਂ ਨੂੰ ਪ੍ਰਕਾਸ਼ ਦੇ, ਜਿਨ੍ਹਾਂ ਦੇ ਆਸ਼ਰਿਤ ਤੋਂ ਕੰਮ ਕਰਦੇ ਆ। ਕਿਹੜਾ ਦੇਵਤਾ ਕਿਸ ਇੰਦਰੀ ਨੂੰ ਪ੍ਰਕਾਸ਼ਦਾ ਹੈ, ਉਹ ਵੀ ਇੱਕ ਵੱਖਰਾ ਸਬਜੈਕਟ ਹੈ। ਗੋਦਾ ਵਿੱਚ ਜੈਸੇ ਜਮ ਕੰਮ ਕਰਦਾ ਹੈ, ਨੇਤਰਾਂ ਵਿੱਚ ਅਗਨੀ ਦੇਵਤਾ ਕੰਮ ਕਰਦਾ ਹੈ। ਉਹ ਫਿਰ ਕਿਹੜੀ ਪ੍ਰਕਿਰਿਆ ਨਾਲ ਕਿਹੜੀ ਕਿਹੜੀ ਇੰਦਰੀ ਨੂੰ ਕਿਵੇਂ ਪ੍ਰਕਾਸ਼ਦਾ, ਕਿਵੇਂ ਉਹਦੇ ਤੋਂ ਕੰਮ ਕਰਾਉਂਦਾ ਹੈ, ਉਹ ਫਿਰ ਅੱਗੇ ਇੱਕ ਵੱਖਰਾ ਸਬਜੈਕਟ ਹੈ। ਉਹਦੇ ਬਾਰੇ ਫਿਰ ਹੋਰ ਵੀ ਵਿਦਵਾਨ ਜਿਹੜੇ ਨੇ ਉਹ ਪੜ੍ਹਾਇਆ ਕਰਦੇ ਆ ਵਿਦਿਆਰਥੀਆਂ ਨੂੰ। ਸ਼ਾਇਦ ਤੁਸੀਂ ਮੋਟਾ ਜਿਹਾ ਇਹ ਸਮਝ ਲਓ, ਮੋਟੇ ਅੱਖਰਾਂ ਦੇ ਵਿੱਚ, ਕਿ 14 ਜਿਹੜੀਆਂ ਦਸੀਆਂ ਨੇ, ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ ਤੇ ਚਾਰ ਅੰਤਸ਼ਕਰਨ ਦੀਆਂ ਬਿਰਤੀਆਂ, ਉਹਨਾਂ ਦੇ ਫਿਰ 14 ਵਿਸ਼ੇ ਤੇ ਫਿਰ ਇੱਥੇ ਨਾਲ ਹੁਣ 14 ਉਹਨਾਂ ਦੇ ਦੇਵਤੇ ਦੱਸੇ ਨੇ ਜਿਹੜੇ ਉਹਨਾਂ ਨੂੰ ਪ੍ਰਕਾਸ਼ਣੇ ਵਾਲੇ ਹਨ। ਕਹਿੰਦੇ ਉਹ ਇਹ ਦੇਵਤੇ ਕਹੇ ਜਾਂਦੇ ਹਨ। ਪ੍ਰਾਨ ਅਪਾਨ ਸਮਾਨ ਉਦਾਨੰ। ਹੁਣ ਅੱਗੇ ਜਿਹੜੀ ਸਾਡੇ ਪ੍ਰਾਣ ਨੇ ਸਰੀਰ 'ਚ, ਗੁਰੂ ਖਾਲਸਾ ਜੀ 5 ਪ੍ਰਕਾਰ ਦੇ ਮੁੱਖ ਪ੍ਰਾਣ ਨੇ। ਇੱਕੋ ਪ੍ਰਾਣ 5 ਹਿੱਸਿਆਂ 'ਚ ਵੰਡੇ ਜਾਂਦੇ ਨੇ। ਫਿਰ 5 ਉਪ ਪ੍ਰਾਣ ਨੇ, 5 ਮੁੱਖ ਪ੍ਰਾਣ ਨੇ ਤੇ 5 ਉਪ ਪ੍ਰਾਣ ਨੇ। ਵਾਯੂ ਇੱਕੋ ਹੀ ਹੈ, ਪਰ ਉਹ ਸਰੀਰ ਵਿੱਚ ਕਿਹੜੇ ਕਿਹੜੀ ਜਗ੍ਹਾ ਤੇ ਕਿਹੜਾ ਕਿਹੜਾ ਕੰਮ ਕਰਦੀ, ਪ੍ਰਾਣ ਕੀ ਕਰਦੇ ਨੇ। ਫਿਰ ਅੱਗੇ ਉਹ 5 ਪ੍ਰਾਣ ਦੱਸਦੇ, ਪਹਿਲਾਂ ਉਹ ਸੁਣੋ ਜੀ। ਪ੍ਰਾਨ ਅਪਾਨ ਸਮਾਨ ਉਦਾਨੰ। ਪਹਿਲਾ ਹੈ ਪ੍ਰਾਣ, ਫਿਰ ਸਮਾਨ, ਫਿਰ ਉਦਾਨ, ਫਿਰ ਬਿਆਨ। ਹਾਂਜੀ, ਬਿਆਨ ਨਾਗ ਕੂਰਮ ਪਹਿਚਾਨ। ਕਹਿੰਦੇ ਪ੍ਰਾਣ, ਅਪਾਨ, ਸਮਾਨ, ਉਦਾਨ ਤੇ ਬਿਆਨ, ਇਹ ਪਹਿਲਾਂ 5 ਮੁੱਖ ਪ੍ਰਾਣ ਨੇ। ਫਿਰ ਅੱਗੇ ਨਾਗ ਤੇ ਕਰੁਕਲ, ਧਨੰਜੈ, ਇਹ ਅੱਗੇ ਫਿਰ 5 ਉਪ ਪ੍ਰਾਣ ਦੱਸਦੇ ਨੇ। ਕਿਰਕਲ ਦੇਵਤੰ ਦਤ ਧਨੰਜੈ। ਕਿਰਕਲ, ਦੇਵਦੱਤ ਤੇ ਧਨੰਜੈ, ਇਹ ਫਿਰ 5 ਉਪ ਪ੍ਰਾਣ ਨੇ। ਇਹ 10 ਕਹੇ ਜਾਂਦੇ ਆ ਮੁੱਖ। ਸਰੀਰ ਦੇ ਵਿੱਚ ਜਿਵੇਂ ਡਕਾਰ ਆਉਂਦਾ, ਉਦੋਂ ਕਿਹੜੇ ਪ੍ਰਾਣ ਕੰਮ ਕਰਦੇ ਆ। ਜਦੋਂ ਅਸੀਂ ਉਬਾਸੀ ਲੈਨੇ ਆ, ਉਦੋਂ ਕਿਹੜੇ ਪ੍ਰਾਣ ਕੰਮ ਕਰਦੇ ਆ। ਜਦੋਂ ਸਾਡੀ ਅੱਖ ਫਰਕਦੀ ਹੈ, ਉਦੋਂ ਕਿਹੜੀ ਪ੍ਰਾਣ ਸਾਡੇ ਉਸ ਅੱਖਾਂ ਦੇ ਵਿੱਚ ਕੰਮ ਕਰਦੇ ਨੇ। ਜਿਹੜੀ ਅਸੀਂ ਨਾਸਕਾ ਰਾਹੀਂ ਸਾਹ ਲੈਨੇ ਆ, ਉਦੋਂ ਕਿਹੜੇ ਪ੍ਰਾਣ ਕੰਮ ਕਰਦੇ ਆ। ਜਦੋਂ ਮਲ ਆਦਿਕ ਦਾ ਤਿਆਗ ਕਰਦੇ ਹਾਂ, ਪਿਸ਼ਾਬ ਆਦਿਕ ਦਾ ਤਿਆਗ ਕਰਦੇ ਹਾਂ, ਉਦੋਂ ਕਿਹੜੇ ਪ੍ਰਾਣ ਕੰਮ ਕਰਦੇ ਆ। ਇਹ 5 ਪ੍ਰਾਣ ਤੇ ਫਿਰ 5 ਮੁੱਖ ਤੇ ਉਪ ਪ੍ਰਾਣ ਜਿਹੜੇ ਨੇ, ਪ੍ਰਾਣ ਇੱਕੋ ਹੀ ਨੇ, ਪਰ ਉਹਨਾਂ ਦੇ ਕੰਮ ਵੱਖੋ ਵੱਖਰੇ ਹੋਣ ਕਰਕੇ ਉਹਨਾਂ ਦੀ ਕੁੱਲ ਗਿਣਤੀ 10 ਹੋ ਜਾਂਦੀ ਹੈ।
ਕਿਹੜੇ ਕਿਹੜੇ ਥਾਂ ਤੇ ਕਿਹੜਾ ਪ੍ਰਾਣ ਕੰਮ ਕਰਦਾ ਹੈ, ਇਹ ਵੀ ਇੱਕ ਫਿਰ ਅੱਗੇ ਵੱਖਰਾ ਸਬਜੈਕਟ ਬਣ ਜਾਂਦਾ। ਜੇ ਉਹਦਾ ਵਿਸਥਾਰ ਚੱਲੇ ਤੇ ਫਿਰ ਹੋਰ ਅੱਗੇ ਕਥਾ ਵਿਸਥਾਰ ਵਿੱਚ ਚਲੀ ਜਾਂਦੀ ਹੈ। ਫਿਰ ਉਹਦਾ ਹੋਰ ਅੱਗੇ ਵਿਸਥਾਰ ਹੋ ਜਾਂਦਾ ਹੈ ਵੀ ਜਦੋਂ ਬੰਦਾ ਮਰਿਆ ਪਿਆ ਹੁੰਦਾ ਉਦੋਂ ਉਹਦੇ 'ਚ ਕਿਹੜੇ ਪ੍ਰਾਣ ਹੁੰਦੇ ਨੇ। ਉਦੋਂ ਵੀ ਹਵਾ ਹੁੰਦੀ ਨਾ, ਉਹਦੇ 'ਚ ਫੁੱਲਦਾ ਹੈ ਉਹਦਾ ਸਰੀਰ, ਉਹ 53 ਵਾਯੂ ਉਹਦੇ ਵਿੱਚ ਸਰੀਰ 'ਚ ਰਹਿ ਜਾਂਦੀ ਹੈ ਉਹਦੇ ਤੋਂ। ਇਸ ਪ੍ਰਕਾਰ ਨਾਲ ਉਹ ਸਾਰੇ ਪ੍ਰਾਣ ਸਰੀਰ ਦੇ ਵਿੱਚ ਕਿਹੜੇ ਕਿਹੜੀ ਜਗ੍ਹਾ ਤੇ ਕਿਹੜਾ ਕਿਹੜਾ ਕਰਮ ਕਰਦੇ ਹੈ, ਉਹਨਾਂ ਕੀਤੇ ਹੋਏ ਕਰਮਾਂ ਦੇ ਮੁਤਾਬਕ ਉਹਨਾਂ ਦੇ 10 ਹਿੱਸੇ ਬਣ ਗਏ। ਇਹ 10 ਵਿਅਸ਼ਟ ਗਿਨੀਜੈ ਪ੍ਰਾਨ। ਕਹਿੰਦੇ ਵਿਅਸ਼ਟੀ ਭੇਦ ਕਰਕੇ 10 ਕਹੇ ਜਾਂਦੇ ਨੇ, ਹੈਣ ਇੱਕੋ ਹੀ, ਪਰ ਇਹਨਾਂ ਦੇ ਕੰਮ ਜਿਹੜੇ ਅੱਗੋਂ ਵੱਖਰੇ ਵੱਖਰੇ ਹੋਣ ਕਰਕੇ ਇਹਨਾਂ ਨੂੰ 10 ਗਿਣਤੀ ਕੀਤੀ ਹੈ। ਕਿਰਿਆ ਸ਼ਕਤ ਨੇ ਪ੍ਰਾਨ ਸਮਸ਼ਟੇ। ਜਿਹੜੀ ਉਹ ਕਿਰਿਆ ਸ਼ਕਤੀ ਹੈ ਉਹਦੇ ਕਰਕੇ ਇਹਨਾਂ ਸਾਰੇ ਪ੍ਰਾਣਾਂ ਨੂੰ ਸਮਸ਼ਟ ਰੂਪ ਦੇ ਵਿੱਚ ਵਿਆਪਕ ਕੀਤਾ ਹੈ। ਕਾਰਨ ਸੂਖਮ ਥੂਲ ਸਰੀਰ। ਕਾਰਨ ਸੂਖਸ਼ਮ ਤੇ ਸਥੂਲ ਇਹ ਤਿੰਨੇ ਸਰੀਰ ਇਹਨਾਂ ਪ੍ਰਾਣਾਂ ਦੇ ਆਸਰੇ ਚੱਲਦੇ ਹਨ। ਵੈਰਾਟ ਸੂਤਰ ਅਭਿਆਕ੍ਰਿਤ ਜੇਈ। ਫਿਰ ਅੱਗੇ ਵਿਰਾਟ ਸੂਤਰ ਤੇ ਅਭਿਆਕ੍ਰਿਤ ਈਸ਼ਵਰ ਦੀਆਂ 3 ਦੇਹਾਂ ਆਏ ਨੇ। ਜਿਵੇਂ ਸਾਡੀਆਂ 3 ਦੇਹਾਂ ਨੇ ਨਾ, ਸਥੂਲ ਸੂਖਸ਼ਮ ਤੇ ਕਾਰਨ, ਏਦਾਂ ਈਸ਼ਵਰ ਦੀਆਂ ਵੀ 3 ਦੇਹਾਂ ਨੇ। ਇੱਕ ਵਿਰਾਟ ਸਰੂਪ ਹੈ, ਦੂਸਰਾ ਸੂਤਰ ਸਰੂਪ ਹੈ, ਤੀਸਰਾ ਅਭਿਆਕ੍ਰਿਤ। 3 ਸਰੀਰ ਵਾਹਿਗੁਰੂ ਈਸ਼ਵਰ ਦੇ ਹਨ। ਇਹੀ ਸਮਸ਼ਟ ਸਰੀਰ ਗੰਭੀਰ। ਇਹ 3 ਮਹਾਨ ਸਮਸ਼ਟੀ ਦੇ ਸਰੀਰ ਹਨ। ਅਭਿਮਾਨੀ ਵਿਸ਼ਵ ਤੇਜਸ ਪ੍ਰਗ ਹੈ। ਜਿਵੇਂ ਸਾਡੇ 3 ਅਭਿਮਾਨੀ ਨੇ, ਜਾਗਰਤ ਸੁਪਨ ਸੁਖੋਪਤੀ ਦੇ ਵਿਸ਼ਵ ਤੇਜਸ ਤੇ ਪ੍ਰਗਿਆ ਜੋ ਪਿੱਛੇ ਦੱਸੇ ਸਨ। ਇਹ ਵਿਅਸ਼ਟ ਕੇ 3 ਸਦੀ। ਇਹ ਵਿਅਸ਼ਟੀ ਰੂਪ ਦੇ ਵਿੱਚ ਜੀਵ ਦੇ 3 ਕਹੇ ਜਾਂਦੇ ਨੇ ਅਭਿਮਾਨੀ, ਪਰ ਸਮਸ਼ਟੀ ਰੂਪ ਦੇ ਵਿੱਚ ਜਿਹੜੇ ਈਸ਼ਵਰ ਦੇ 3 ਨੇ ਉਹ ਵੀ ਸੁਣ ਲਓ। ਈਸ਼ਵਰ ਹਿਰਣ ਗਰਭ ਵੈਸ਼ਵਾ ਨਰ। ਉਹਦੇ ਈਸ਼ਵਰ ਹਿਰਣਾ ਗਰਭ ਤੇ ਵੈਸ਼ਵਾ ਨਰ। ਸਮਸ਼ਟੀ ਰੂਪ ਦੇ ਵਿੱਚ ਜਿਹੜਾ ਸਾਰੇ ਸਰੀਰਾਂ ਦਾ ਅਭਿਮਾਨੀ ਹੈ ਉਹ ਇਹ ਕਿਹਾ ਜਾਂਦਾ ਹੈ। ਇਹ ਸਮਸ਼ਟ ਅਭਿਮਾਨੀ ਵੀਰ। ਇਹ ਵੀਰੋ, ਵੀਰ ਸੰਬੋਧਨ ਕਰਦੇ ਆ ਭਰਾ ਕਹਿ ਕੇ, ਹੇ ਭਰਾਵੋ ਇਸ ਤਰ੍ਹਾਂ ਜਾਣ ਲਵੋ ਸਮਸ਼ਟੀ ਰੂਪ ਦੇ ਵਿੱਚ ਈਸ਼ਵਰ ਦੇ 3 ਸਰੀਰ ਹਨ ਤੇ ਉਹਦੇ 3 ਅਭਿਮਾਨੀ ਨੇ, ਈਸ਼ਵਰ ਹਿਰਣਾ ਗਰਭ ਤੇ ਵੈਸ਼ਵਾ ਨਰ। ਵਿਅਸ਼ਟ ਸਮਸ਼ਟ ਅਧਿਅਸ਼ਟ ਲਖ। ਇਹ ਜਿਹੜਾ ਵਿਅਸ਼ਟੀ ਤੇ ਸਮਸ਼ਟੀ ਕਿਹਾ, ਵਿਅਸ਼ਟੀ ਕਰਕੇ ਜੀਵ ਕਿਹਾ ਜਾਂਦਾ, ਸਮਸ਼ਟੀ ਕਰਕੇ ਈਸ਼ਵਰ ਕਿਹਾ ਜਾਂਦਾ। ਦਰਅਸਲ ਇਹ ਦੋਵੇਂ ਇੱਕ ਦੂਜੇ ਵਿੱਚ ਅਧਿਅਸਤੀ ਨੇ। ਇਹ ਬ੍ਰਹਮ ਦੇ ਵਿੱਚ ਹੀ ਅਧਿਅਸਤ ਨੇ, ਹੈਣ ਨਹੀਂ ਇਹ, ਪਰ ਬ੍ਰਹਮ ਦੇ ਵਿੱਚ ਇਹਨਾਂ ਨੂੰ ਅਧਿਹਸਤ ਕੀਤਾ ਹੋਇਆ। ਕਿਵੇਂ ਕੀਤਾ ਹੋਇਆ ਦੱਸਦੇ ਨੇ। ਦੁਵੈ ਜਿਮ ਸਰਪਾਦ ਜੇਵਰੀ ਮਾਹ। ਜਿਵੇਂ ਰੱਸੀ ਦੇ ਵਿੱਚ ਸੱਪ ਅਧਿਹਸਤ ਹੁੰਦਾ ਨਾ, ਹੁੰਦਾ ਨਹੀਂ ਪਰ ਮੰਨ ਲਿਆ ਵੀ ਸੱਪ ਹੈ, ਇਸੇ ਤਰ੍ਹਾਂ ਸਮਸ਼ਟੀ ਵਿਅਸ਼ਟੀ ਰੂਪ ਦੇ ਵਿੱਚ ਜੀਵ ਤੇ ਈਸ਼ਵਰ ਦੀ ਕੇਵਲ ਕਲਪਨਾ ਕੀਤੀ ਗਈ ਹੈ ਬ੍ਰਹਮ ਵਿੱਚ। ਅਸਲ ਵਿੱਚ ਬ੍ਰਹਮ ਵਿੱਚ ਹੈਣ ਨਹੀਂ ਦੋਵੇਂ, ਬ੍ਰਹਮ ਹੀ ਬ੍ਰਹਮ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬਸ ਭਰਮ ਕਰਕੇ ਅਸੀਂ ਕਲਪਨਾ ਕਰ ਬੈਠੇ ਆ ਵੀ ਆ ਜੀਵ ਹੈ ਤੇ ਆ ਈਸ਼ਵਰ ਹੈ। ਜਿਵੇਂ ਰੱਸੀ ਦੇ ਵਿੱਚ ਸੱਪ ਦੀ ਕਲਪਨਾ ਕਰ ਲਈ। ਸੀਪ ਬਿਖੈ ਰੂਪੋ ਜਿਮ ਕਲਪਤ। ਦੂਸਰੀ ਉਦਾਹਰਣ ਦਿੰਦੇ, ਕਹਿੰਦੇ ਜਿਵੇਂ ਸਿੱਪੀ ਪਈ ਹੋਵੇ ਨਾ ਸਿੱਧੀ, ਤੇ ਵੇਖਣ ਵਾਲੇ ਨੂੰ ਦੂਰੋਂ ਲੱਗਦਾ ਵੀ ਚਾਂਦੀ ਪਈ ਹੋਈ ਹੈ। ਉਹ ਚਾਂਦੀ ਨਹੀਂ ਹੁੰਦੀ, ਉਹ ਅਧਿਅਸਤ ਹੋ ਗਈ ਚਾਂਦੀ ਉਹਦੇ, ਕਿਉਂਕਿ ਅਧਿਸ਼ਠਾਨ ਕਰਕੇ ਅਧਿਸਤ ਹੈ ਨਾ। ਜੇ ਰੱਸੀ ਨਾ ਹੋਵੇ ਤੇ ਸੱਪ ਦਾ ਕਿਵੇਂ ਪਤਾ ਲੱਗੇ ਵੀ ਸੱਪ ਪਿਆ? ਰੱਸੀ ਕਰਕੇ ਸੱਪ ਹੈ ਨਾ, ਇਸ ਕਰਕੇ ਰੱਸੀ ਅਧਿਸ਼ਠਾਨ ਹੈ ਔਰ ਉਹਦੇ ਵਿੱਚ ਜਿਹੜਾ ਸੱਪ ਨਜ਼ਰ ਆ ਰਿਹਾ ਉਹ ਅਧਿਅਸਤ ਹੈ, ਵੀ ਹੈ ਨਹੀਂ ਪਰ ਵਿੱਚ ਦਿਸ ਰਿਹਾ, ਪਰ ਰੱਸੀ ਕਰਕੇ ਦਿਸ ਰਿਹਾ। ਇਸੇ ਤਰ੍ਹਾਂ ਬ੍ਰਹਮ ਕਰਕੇ ਜੀਵ ਤੇ ਈਸ਼ਵਰ ਦਿਸ ਰਹੇ ਨੇ, ਅਸਲ ਵਿੱਚ ਦੋਵੇਂ ਹੈ ਕੋਈ ਨਹੀਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਵੇਂ ਸਿੱਪੀ ਦੇ ਵਿੱਚ ਚਾਂਦੀ ਨਜ਼ਰ ਆ ਰਹੀ ਹੈ ਪਰ ਉਹ ਚਾਂਦੀ ਹੈ ਨਹੀਂ, ਕੇਵਲ ਉਹਦੇ ਵਿੱਚ ਅਧਿਅਸਤ ਹੈ ਔਰ ਅਧਿਸ਼ਠਾਨ ਰੂਪ ਦੇ ਵਿੱਚ ਜਿਹੜੀ ਸਿੱਪੀ ਪਈ ਹੈ ਉਹਦੇ ਕਰਕੇ ਅਧਿਅਸਤ ਚਾਂਦੀ ਨਜ਼ਰ ਆ ਰਹੀ ਹੈ। ਤਿਮ ਬ੍ਰਹਮਾਤਮ ਚੇਤਨ ਆਹੇ। ਕਹਿੰਦੇ ਇਸੇ ਤਰ੍ਹਾਂ ਕੇਵਲ ਇੱਕ ਬ੍ਰਹਮ ਚੇਤਨ ਸਵਰੂਪ ਜੋ ਹੈ ਅਗਿਆਨ ਕਰ ਕਲਪਤ ਸਭ ਜਗ। ਅਗਿਆਨ ਕਰਕੇ ਉਹਦੇ ਵਿੱਚ ਜਗਤ ਦੀ ਕਲਪਨਾ ਕੀਤੀ ਹੋਈ ਆ ਵੀ ਇਹ ਫਲਾਣਾ ਹੈ, ਇਹ ਅਮਕਾ ਹੈ। ਇਹ ਅਗਿਆਨ ਕਰਕੇ ਹੋਈ ਆ ਜਗਤ ਦੀ ਕਲਪਨਾ। ਵਾਸਤਵਿਕ ਰੂਪ ਦੇ ਵਿੱਚ ਕੇਵਲ ਚੇਤਨ ਹੀ ਚੇਤਨ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਅਸਲੀਅਤ ਇਹ ਹੈ ਪਰ ਕੇਵਲ ਅਗਿਆਨ ਮਾਤਰ ਕਰਕੇ ਸੰਸਾਰ ਦੀ ਕਲਪਨਾ ਉਹਦੇ ਚ ਕੀਤੀ ਹੋਈ ਹੈ।
ਅਧਿਸ਼ਟਾਨ ਆਤਮ ਇੱਕ ਚਾਹੇ। ਅਧਿਸ਼ਟਾਨ ਰੂਪ ਕੇਵਲ ਇੱਕ ਆਤਮਾ ਹੀ ਹੈ ਜਿਹੜੀ ਸਾਰਿਆਂ ਵਿੱਚ ਵਰਤ ਰਹੀ ਹੈ। ਨਹੀਂ ਜੇਵਰੀ ਜਾਣੈ ਜੋ ਲਗ। ਹੁਣ ਜਦੋਂ ਰਾਤ ਨੂੰ ਰੱਸੀ ਵਿੱਚ ਸੱਪ ਕਲਪ ਲਿਆ ਵੀ ਸੱਪ ਪਿਆ ਦਰਵਾਜ਼ੇ ਤੇ, ਜਦੋਂ ਤੱਕ ਰੱਸੀ ਦਾ ਪਤਾ ਨਾ ਲੱਗੇ ਵੀ ਇਹ ਰੱਸੀ ਹੈ, ਉਦੋਂ ਤੱਕ ਸਾਰੀ ਰਾਤ ਡਰਦਾ ਰਹਿੰਦਾ ਹੈ, ਭੈ ਭੀਤ ਰਹਿੰਦਾ ਵੀ ਸੱਪ ਪਿਆ ਤੇ ਕੰਬੀ ਜਾਂਦਾ ਹੈ। ਤੋ ਲਗ ਕਲਪ ਕਲਪ ਦੁਖ ਪਾਹੇ। ਉਦੋਂ ਤੱਕ ਕਲਪ ਕਲਪ ਕੇ ਦੁੱਖ ਪਾਉਂਦਾ ਵੀ ਸੱਪ ਪਿਆ, ਪਰ ਜਦੋਂ ਪਤਾ ਲੱਗ ਜੇ ਵੀ ਰੱਸੀ ਹੈ ਫਿਰ ਡਰ ਦੂਰ ਹੋ ਜਾਂਦਾ ਹੈ। ਇਸੇ ਤਰ੍ਹਾਂ ਕਹਿੰਦੇ ਜਦੋਂ ਤੱਕ ਇਹ ਪਰਮਾਤਮਾ ਦੇ ਬ੍ਰਹਮ ਸਰੂਪ ਨੂੰ ਜਾਣ ਨਹੀਂ ਲੈਂਦਾ ਵੀ ਉਹ ਬ੍ਰਹਮ ਹੈ, ਸੰਸਾਰ ਨਹੀਂ ਹੈ, ਕੇਵਲ ਬ੍ਰਹਮ ਹੈ, ਕਹਿੰਦੇ ਉਦੋਂ ਤੱਕ ਇਹ ਜੀਵ ਇਹ ਸੰਸਾਰ ਦੇ ਵਿੱਚ ਜੰਮਦਾ ਮਰਦਾ ਰਹਿੰਦਾ ਤੇ ਦੁੱਖ ਪਾਉਂਦਾ ਰਹਿੰਦਾ। ਪਰ ਜਦੋਂ ਜਾਣ ਲਵੇ ਵੀ ਇਹ ਰੱਸੀ ਹੈ, ਇਹ ਬ੍ਰਹਮ ਹੈ, ਕਹਿੰਦੇ ਇਹਦੇ ਸਾਰੇ ਦੁੱਖ, ਇਹਦਾ ਸਾਰਾ ਜਨਮ ਮਰਨ ਨਿਰਵਿਰਤ ਹੋ ਜਾਂਦਾ, ਕਿਉਂਕਿ ਜਨਮ ਮਰਨ ਤਾਂ ਹੈ ਹੀ ਨਹੀਂ, ਇਹ ਤਾਂ ਸਭ ਅਧਿਅਸਤ ਹੈ, ਕਲਪਨਾ ਹੈ, ਤੋ ਕਲਪਨਾ ਕਦੇ ਸੱਚ ਨਹੀਂ ਹੁੰਦੀ। ਤਤ ਪੰਚੀਕ੍ਰਿਤ ਪੰਚ ਅਪੰਚਕ੍ਰਿਤ। ਹੁਣ ਪਰਲਾ ਕਿਸ ਨੂੰ ਕਹਿੰਦੇ ਨੇ? ਪਰਲਾ ਹੁੰਦੀ ਹੈ ਨਾ ਵੀ ਜਦੋਂ ਪਰਲਾ ਕਈ ਤਰ੍ਹਾਂ ਦੀ ਦੱਸੀ ਹੈ ਮਹਾਂਪੁਰਸ਼ਾਂ ਨੇ, ਉਹ ਪਰਲੇ ਦੇ ਸਰੂਪ ਦੱਸਦੇ ਆ ਵੀ ਜਦੋਂ ਪੰਜ ਤੱਤਾਂ ਦਾ ਪੰਚੀਕ੍ਰਿਤ ਹੁੰਦਾ, ਤਤ ਪੰਚੀਕ੍ਰਿਤ ਪੰਚ ਅਪੰਚਕ੍ਰਿਤ। ਆਹ ਬੜੇ ਸੁੰਦਰ ਸੂਖਸ਼ਮ ਵਿਸ਼ੇ ਦੀ ਗੱਲ ਹੈ। ਜਦੋਂ ਤਤ ਪੰਚੀਕ੍ਰਿਤ ਹੁੰਦੇ ਨੇ ਉਦੋਂ ਸੰਸਾਰ ਬਣਦਾ। ਪੰਜ ਤੱਤ ਆਕਾਸ਼ ਜਲ ਵਾਯੂ ਇਹਨਾਂ ਦਾ ਜਦੋਂ ਪੰਚੀਕ੍ਰਿਤ ਹੁੰਦਾ ਉਦੋਂ ਸੰਸਾਰ ਬਣਦਾ। ਪਰ ਜਦੋਂ ਇਹ ਅਪੰਚੀਕ੍ਰਿਤ ਵਿੱਚ ਹੋ ਜਾਂਦੇ ਨੇ, ਪੰਚੀਕ੍ਰਿਤ ਦਾ ਅਪੰਚੀ ਦਾ ਮਤਲਬ ਉਹਦੇ ਤੋਂ ਉਲਟ, ਜਦੋਂ ਨਹੀਂ ਵੰਡੇ ਜਾਂਦੇ ਅਪੰਚੀ ਰੂਪ ਵਿੱਚ ਆ ਜਾਂਦੇ ਆ, ਉਦੋਂ ਫਿਰ ਇਹ ਜਗਤ ਵਿਲੈ ਹੋ ਜਾਂਦਾ। ਜਬ ਸਗਰੇ ਲੈਤਾ ਕੋਹ ਪਾਏ, ਜਦੋਂ ਸਾਰੇ ਪੰਚੀਕ੍ਰਿਤ ਹੋਏ ਤੱਤ, ਪੰਜ ਜਿਹੜੇ ਸੂਖਸ਼ਮ ਤੱਤ ਨੇ ਉਹਨਾਂ ਵਿੱਚ ਵਿਲੈ ਹੋ ਜਾਂਦੇ ਹਨ। ਪੰਚੀਕ੍ਰਿਤ ਕੀ ਹੈ? ਪੰਚੀਕ੍ਰਿਤ ਹੁੰਦਾ ਵੀ ਕਿਉਂਕਿ ਸਿੱਧੇ ਰੂਪ ਵਿੱਚ ਪਾਣੀ ਤੇ ਅੱਗ ਦੋਵੇਂ ਨਹੀਂ ਮਿਲ ਸਕਦੇ, ਪਰ ਇਹ ਪ੍ਰਕਿਰਤੀ ਵਿੱਚ ਪਾਣੀ ਅੱਗ ਦੋਵੇਂ ਮਿਲੇ ਹੋਏ ਨੇ। ਆਕਾਸ਼ ਤੇ ਧਰਤੀ ਸਿੱਧੇ ਰੂਪ 'ਚ ਨਹੀਂ ਮਿਲ ਸਕਦੇ, ਪਰ ਮਿਲੇ ਹੋਏ ਨੇ, ਤਾਂ ਹੀ ਸੰਸਾਰ ਬਣਿਆ ਨਾ। ਉਹਨੂੰ ਕਹਿੰਦੇ ਪੰਚੀਕ੍ਰਿਤ ਹੋ ਕੇ ਮਿਲੇ ਹੋਏ ਨੇ। ਏਦਾਂ ਕਿਹਾ ਜਾਂਦਾ ਹੈ ਵੀ ਪੰਜਾਂ ਤੱਤਾਂ ਦੇ ਵਿੱਚੋਂ ਇੱਕ ਤੱਤ ਨੂੰ ਪਹਿਲਾਂ ਦੋ ਹਿੱਸਿਆਂ 'ਚ ਵੰਡਿਆ, ਫਿਰ ਦੂਜੇ ਤੱਤ ਨੂੰ ਦੋ ਹਿੱਸਿਆਂ ਵਿੱਚ ਵੰਡਿਆ। ਇਹਦੇ ਵਾਸਤੇ ਉਦਾਹਰਣ ਦਿੰਦੇ ਆ ਵੀ ਪੰਜ ਬੰਦੇ ਸੀ, ਪੰਜ ਉਹਨਾਂ ਕੋਲ ਖਰਬੂਜੇ ਸੀ, ਪੰਜ ਬੰਦਿਆਂ ਕੋਲ ਪੰਜ ਖਰਬੂਜੇ। ਇੱਕ ਜਿਹੜਾ ਬੈਠਾ ਸੀ ਉਹਨੇ ਆਪਣੇ ਖਰਬੂਜੇ ਦੇ ਦੋ ਹਿੱਸੇ ਕੀਤੇ, ਅੱਧਾ ਆਪਣੇ ਕੋਲ ਰੱਖ ਲਿਆ, ਬਾਕੀ ਜਿਹੜਾ ਅੱਧਾ ਸੀ ਉਹ ਚਾਰਾਂ ਬੰਦਿਆਂ ਦੂਜਿਆਂ 'ਚ ਵੰਡ ਦਿੱਤਾ। ਫਿਰ ਦੂਜਾ ਜਿਹੜਾ ਬੈਠਾ ਸੀ ਉਹਨੇ ਆਪਣਾ ਖਰਬੂਜਾ ਕੱਟਿਆ, ਉਹਨੇ ਵੀ ਅੱਧਾ ਆਪਣੇ ਕੋਲ ਰੱਖ ਲਿਆ, ਬਾਕੀ ਜਿਹੜੇ ਚਾਰ ਸਨ ਚਾਰ ਹਿੱਸੇ ਉਹਨਾਂ ਵਿੱਚ ਵੰਡ ਦਿੱਤੇ। ਇਹਦਾ ਪੰਜਾਂ ਨੇ ਆਪਣਾ ਅੱਧਾ ਅੱਧਾ ਆਪਣੇ ਕੋਲ ਰੱਖ ਕੇ ਅੱਧਾ ਅੱਧਾ ਆਪਸ ਵਿੱਚ ਚਾਰਾਂ ਵਿੱਚ ਇੱਕ ਦੂਜੇ ਨੂੰ ਵੰਡ ਦਿੱਤਾ। ਇਹਨੂੰ ਕਹਿੰਦੇ ਨੇ ਪੰਚੀਕ੍ਰਿਤ। ਆਕਾਸ਼ ਜਲ ਵਾਯੂ ਆਦਿਕ ਸਿੱਧੇ ਆਪਸ 'ਚ ਨਹੀਂ ਸਨ ਮਿਲ ਸਕਦੇ, ਸੂਖਸ਼ਮ ਰੂਪ ਦੇ ਵਿੱਚ ਜਦੋਂ ਪੰਜ ਤੱਤ ਸੂਖਮ ਰੂਪ 'ਚ ਹੁੰਦੇ ਨੇ ਉਦੋਂ ਸੰਸਾਰ ਨਹੀਂ ਬਣਦਾ। ਜਦੋਂ ਪੰਜ ਤੱਤ ਸੂਖਮ ਰੂਪ ਤੋਂ ਪੰਚੀਕ੍ਰਿਤ ਵਿੱਚ ਡਿਵਾਈਡ ਹੁੰਦੇ ਨੇ, ਵੰਡੇ ਜਾਂਦੇ ਨੇ ਹਿੱਸਿਆਂ ਵਿੱਚ, ਉਹਨਾਂ ਦਾ ਕੁਝ ਹਿੱਸਾ ਇਦਾਂ ਆਪਸ ਵਿੱਚ ਮਿਲਦਾ ਚਲਿਆ ਜਾਂਦਾ। ਅੱਧਾ ਹਿੱਸਾ ਇਹ ਪੰਚੀਕ੍ਰਿਤ ਦੇ ਬਾਰੇ ਵੀ ਕਿਹੜਾ ਅੱਧਾ ਹਿੱਸਾ ਕਿਹੜੇ ਤੱਤ ਨੇ ਕਿੱਥੇ ਰੱਖਿਆ ਹੋਇਆ ਸਰੀਰ ਦੇ ਵਿੱਚ, ਇਸ ਕਾਇਆਂ ਦੇ ਵਿੱਚ, ਉਹ ਵੀ ਇੱਕ ਵੱਖਰਾ ਵਿਸ਼ਾ ਚੱਲ ਪੈਂਦਾ। ਉਹਨੂੰ ਵੀ ਸਮਝਣ ਵਾਸਤੇ ਸ਼ਾਇਦ ਉਹ ਇੱਕ ਅਧਿਆਤਮ ਪ੍ਰਕਾਸ਼ ਪੁਸਤਕ ਹੈ, ਉਹਨੂੰ ਪੜ੍ਹ ਕੇ ਸਮਝਿਆ ਜਾ ਸਕਦਾ, ਵਿਚਾਰ ਸਾਗਰ 'ਚ ਪੜ੍ਹਿਆ ਸਮਝਿਆ ਜਾ ਸਕਦਾ ਹੈ। ਇਸੇ ਤਰ੍ਹਾਂ ਵਿਚਾਰ ਚੰਦਰੋਦਿਆ ਹੈ, ਉਹਦੇ 'ਚ ਪੜ੍ਹ ਕੇ ਸਮਝਿਆ ਜਾ ਸਕਦਾ, ਉਹਦੇ 'ਚ ਵਿਸਥਾਰ ਸਹਿਤ ਪੰਚੀਕ੍ਰਿਤ ਆ ਜਾਂਦਾ। ਤੋ ਇਸ ਤਰ੍ਹਾਂ ਜਿਹੜਾ ਪੰਚੀਕ੍ਰਿਤ ਹੋਵੇ ਫਿਰ ਸੰਸਾਰ ਬਣ ਜਾਂਦਾ। ਪਰ ਜਦੋਂ ਇਹ ਪੰਚੀਕ੍ਰਿਤ ਨਾ ਹੋਵੇ ਤੇ ਪੰਜ ਜਿਹੜੇ ਸੂਖਸ਼ਮ ਤੱਤ ਨੇ ਆਕਾਸ਼ ਜਲ ਵਾਯੂ, ਉਹ ਆਪਣੇ ਸੂਖਸ਼ਮ ਰੂਪ ਦੇ ਵਿੱਚ ਰਹਿੰਦੇ ਹਨ, ਉਦੋਂ ਸੰਸਾਰ ਨਹੀਂ ਬਣਦਾ। ਉਸ ਵੇਲੇ ਜਿਹੜਾ ਸੰਸਾਰ ਦਾ ਵਰਤਾਰਾ ਉਹ ਵੀ ਇੱਕ ਪਰਲਾ ਮੰਨੀ ਜਾਂਦੀ ਹੈ। ਜਦੋਂ ਪੰਚੀਕ੍ਰਿਤ ਅਪੰਚੀਕ੍ਰਿਤ ਹੋ ਜਾਂਦਾ ਹੈ
ਭੂਤ ਅਪੰਚੀਕ੍ਰਿਤ ਪੁਨ ਸਾਰੇ। ਕਹਿੰਦੇ ਜਿੰਨੇ ਪੰਜ ਭੂਤ ਤੱਤ ਨੇ ਉਹ ਅਪੰਚੀਕ੍ਰਿਤ ਜਦੋਂ ਸੂਖਸ਼ਮ ਰੂਪ ਚ ਹੋ ਜਾਂਦੇ ਹਨ, ਅਭਿਆਕ੍ਰਿਤ ਮੈਂ ਲੈ ਹੋਏ ਜਾਹੇ। ਈਸ਼ਵਰ ਦੀ ਜਿਹੜੀ ਅਭਿਆਕ੍ਰਿਤ ਦੇਹੀ ਆ ਉਹਦੇ ਵਿੱਚ ਜਦੋਂ ਲੈ ਹੋ ਜਾਂਦੇ ਨੇ, ਭੂਤ ਸਥੂਲ ਹੋਏ ਲੈ ਜਬ ਹੂੰ। ਔਰ ਆ ਜਿਹੜੇ ਸਥੂਲ ਭੂਤ ਨੇ ਪੰਜ, ਇਹ ਜਦੋਂ ਲੈ ਹੋ ਜਾਂਦੇ ਹਨ, ਜਾਂ ਕੋ ਪ੍ਰਲੈ ਰਹਿਣ ਦਿਨ ਨਾਏ। ਇਹਨੂੰ ਨਿਤ ਪਰਲੈ ਕਹਿੰਦੇ ਨੇ। ਰੋਜ਼ ਦੀ, ਜਿਹੜੇ ਰੋਜ਼ ਜੀਵ ਜੰਮਦੇ ਤੇ ਮਰਦੇ ਨੇ, ਮਰਦੇ ਨੇ, ਰੋਜ਼ ਮਰਦੇ ਆ ਹਜ਼ਾਰਾਂ ਲੱਖਾਂ ਜੋ ਲੋਕ, ਇਹਨਾਂ ਨੂੰ ਨਿਤ ਪਰਲੈ ਕਿਹਾ ਜਾਂਦਾ ਜਦੋਂ ਪੰਜ ਭੂਤ ਜਿਹੜੇ ਨੇ ਅਪੰਚੀਕ੍ਰਿਤ ਹੋ ਜਾਂਦੇ ਨੇ। ਜਿਵੇਂ ਭਗਤ ਜੀ ਨੇ ਕਿਹਾ ਨਾ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ। ਉਹ ਕਹਿੰਦੇ ਮਿੱਟੀ 'ਚ ਮਿੱਟੀ ਮਿਲ ਗਈ, ਪਵਨ ਵਿੱਚ ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ। ਇਹ ਅਪੰਚੀਕ੍ਰਿਤ ਦੀ ਪ੍ਰਕਿਰਿਆ। ਹੁਣ ਇਹ ਸਮਝੇ ਹੋਣਗੇ ਤੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਸਮਝ ਆਉਂਦੇ ਆ, ਨਹੀਂ ਤਾਂ ਆਮ ਕਰੀ ਕਹਿ ਦਿੰਦੇ ਆ ਜੀ ਇਹ ਕਥਾ ਦਾ ਕੀ ਫਾਇਦਾ ਜੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀਆਂ ਪੰਕਤੀਆਂ ਬੜੇ ਸੂਖਮ ਰੂਪ ਚ ਕਬੀਰ ਜੀ ਨੇ ਕਹਿ ਦਿੱਤੀਆਂ ਨੇ, ਉਹਨਾਂ ਨੂੰ ਸਮਝਣ ਵਾਸਤੇ ਆਪਾਂ ਇਹ ਸ਼ਬਦ ਅਕਸਰ ਪੜ੍ਹਦੇ ਆ ਕਿ ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ। ਕਿੰਨਾ ਸੌਖਾ ਸ਼ਬਦ ਹੈ, ਪਰ ਅਰਥ ਵੇਖੋ ਕਿੰਨੇ ਔਖੇ ਨੇ। ਉਹਦੇ ਅਰਥ ਹੋ ਰਹੇ ਨੇ ਕਿ ਕਿਵੇਂ ਪੰਚੀਕ੍ਰਿਤ ਹੁੰਦਾ, ਕਿਵੇਂ ਉਹ ਪੰਜ ਤੱਤ ਜਿਹੜੇ 25 ਪ੍ਰਕਿਰਤੀਆਂ ਹੁੰਦੀਆਂ ਨੇ ਉਹ ਕਿਵੇਂ ਪੰਜਾਂ ਵਿੱਚ ਵਿਲੈ ਹੋ ਜਾਂਦੀਆਂ ਨੇ, ਉਹਨੂੰ ਨਿਤ ਪਰਲੈ ਕਹਿੰਦੇ ਹਨ। ਹਾਂਜੀ, ਸੂਖਮ ਭੂਤ ਹੋਤ ਲੈ ਜਾਨਹੁ। ਕਹਿੰਦੇ ਜਦੋਂ ਸੂਖਮ ਭੂਤ ਹੋ ਕਰਕੇ ਉਹ ਲੈ ਹੋ ਜਾਂਦੇ ਹਨ, ਪ੍ਰਾਕ੍ਰਿਤ ਪ੍ਰਲੈ ਸੋ ਨਾਮ ਕਹਾਏ। ਉਹਨੂੰ ਪ੍ਰਾਕਿਰਤਿਕ ਪਰਲੈ ਕਹਿੰਦੇ ਨੇ। ਪਹਿਲਾਂ ਤਾਂ ਜਿਹੜੇ ਪੰਚੀਕ੍ਰਿਤ ਹੋਏ ਉਹ ਪੰਜ ਸੂਖਮ ਤੱਤਾਂ ਜਦੋਂ ਲੈ ਹੋ ਗਏ ਉਹਨੂੰ ਕਹਿੰਦੇ ਨੇ ਨਿਤ ਪਰਲੈ। ਪਰ ਇੱਕ ਪਰਲਾ ਦੂਜੀ ਉਹ ਵੀ ਹੈ ਜਿਹਨੂੰ ਕਹਿੰਦੇ ਆ ਪ੍ਰਕਿਰਤਿਕ ਪਰਲਾ, ਜਿਹਨੂੰ ਨਮਿਤ ਪਰਲਾ ਵੀ ਕਹਿੰਦੇ ਨੇ। ਉਹ ਪਰਲਾ ਹੁੰਦੀ ਹੈ ਜਦੋਂ ਪੰਜ ਤੱਤ ਵੀ ਵਿਲੈ ਹੋ ਜਾਂਦੇ ਨੇ, ਆਕਾਸ਼ ਜਲ ਵਾਯੂ ਆਦਿਕ, ਇਹ ਸਭ ਉਹਦੇ ਵਿੱਚ ਜਦੋਂ ਲੈ ਹੋ ਜਾਣ ਈਸ਼ਵਰ ਵਿੱਚ, ਕਹਿੰਦੇ ਇਹਨੂੰ ਪ੍ਰਕਿਰਤਿਕ ਪਰਲਾ ਕਿਹਾ ਜਾਂਦਾ ਹੈ। ਬ੍ਰਹਮ ਸਚਿਦਾਨੰਦ ਗਿਆਨ ਤੇ। ਇੱਕ ਖਾਲਸਾ ਜੀ ਗਿਆਨ ਪਰਲਾ ਵੀ ਹੈ, ਜਿਹੜੀ ਜੀਵਦੇ ਜਾਗਦੇ ਇੱਥੇ ਬੈਠਿਆਂ ਹੋ ਸਕਦੀ ਹੈ। ਉਹ ਗਿਆਨ ਪਰਲਾ ਕੀ ਹੈ ਸੁਣੋ। ਕਹਿੰਦੇ ਜਦੋਂ ਬ੍ਰਹਮ ਸੱਚ ਦਾ ਆਨੰਦ ਜੋ ਗਿਆਨ ਦੇ ਸਰੂਪ ਵਿੱਚ ਸਭ ਕੋ ਜਬ ਅਭਾਵ ਹੋਏ ਜਾਏ। ਇਹ ਸਾਰਾ ਕੁਝ ਅਭਾਵ ਹੋ ਜਾਂਦਾ। ਜਦੋਂ ਬਿਰਤੀ ਬ੍ਰਹਮਾਕਾਰ ਹੋ ਜੇ ਉਦੋਂ ਫਿਰ ਸਾਰਾ ਸੰਸਾਰ ਬ੍ਰਹਮ ਰੂਪ ਹੀ ਦਿਸਦਾ। ਫਿਰ ਵੀ ਤਾਂ ਪਰਲਾ ਹੋ ਗਈ, ਇਹਨੂੰ ਗਿਆਨ ਪਰਲਾ ਕਹਿੰਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਬ੍ਰਹਮ ਗਿਆਨੀ ਨੇ ਨਾ ਉਹ ਇਹੋ ਜਿਹੀ ਪਰਲਾ ਚ ਰਹਿੰਦੇ ਆ, ਗਿਆਨ ਪਰਲਾ ਚ। ਬ੍ਰਹਮ ਗਿਆਨੀ ਦੀ ਪਰਲਾ ਜਿਹੜੀ ਆ ਉਹ ਗਿਆਨ ਪਰਲਾ ਹੈ, ਜਿੱਥੇ ਉਹ ਸਤ ਚੇਤਨ ਆਨੰਦ ਸਰੂਪ ਹੋ ਕੇ ਸਭ ਦਾ ਅਭਾਵ ਹੋ ਜਾਂਦਾ ਹੈ। ਯਾਨੀ ਕਿ ਸਾਰੀ ਪ੍ਰਕਿਰਤੀ ਸਾਰੀ ਸ੍ਰਿਸ਼ਟੀ ਵਿੱਚ ਉਹਨਾਂ ਨੂੰ ਕੇਵਲ ਇੱਕ ਬ੍ਰਹਮ ਹੀ ਦਿਖਾਈ ਦਿੰਦਾ ਹੈ। ਇਹ ਗਿਆਨ ਪਰਲਾ ਵੀ, ਹੋਰ ਕੁਝ ਦਿਸਦਾ ਹੀ ਨਹੀਂ। ਨਾ ਕੋਈ ਗਰੀਬ ਦਿਸਦਾ, ਨਾ ਅਮੀਰ ਦਿਸਦਾ, ਨਾ ਕੋਈ ਰਾਜਾ, ਨਾ ਕੋਈ ਰੰਕ, ਨਾ ਕੋਈ ਖੱਤਰੀ, ਨਾ ਕੋਈ ਬ੍ਰਾਹਮਣ, ਸਭ ਗੋਬਿੰਦ ਹੈ ਹੀ ਦਿਸਦਾ ਹੈ। ਕਹਿੰਦੇ ਇਸ ਨੂੰ ਗਿਆਨ ਪਰਲਾ ਕਿਹਾ ਜਾਂਦਾ ਹੈ। ਸੀ ਪਰਜੂ ਕੋ ਗਿਆਨ ਹੋਏ ਜਬ। ਜਿਵੇਂ ਰੱਸੀ ਤੇ ਸਿੱਪੀ ਦਾ ਗਿਆਨ ਹੋ ਜਾਵੇ। ਰੂਪਾ ਸਰਪ ਨਹੀਂ ਜਿਸ ਭਾਏ। ਫਿਰ ਚਾਂਦੀ ਤੇ ਸੱਪ ਨਹੀਂ ਦਿਸਦਾ। ਜਦੋਂ ਰੱਸੀ ਦਾ ਗਿਆਨ ਹੋ ਜੇ ਸੱਪ ਚਲਾ ਗਿਆ, ਜਦੋਂ ਸਿੱਪੀ ਦਾ ਗਿਆਨ ਹੋ ਜੇ ਤੇ ਚਾਂਦੀ ਚਲੀ ਗਈ। ਕਹਿੰਦੇ ਇਸੇ ਤਰ੍ਹਾਂ ਜਦੋਂ ਬ੍ਰਹਮ ਦਾ ਗਿਆਨ ਹੋ ਜਾਵੇ ਤੇ ਫਿਰ ਸੰਸਾਰ ਚਲਿਆ ਗਿਆ। ਜਦੋਂ ਸੰਸਾਰ ਚਲਾ ਗਿਆ ਫਿਰ ਇਹਨੂੰ ਕਹਿੰਦੇ ਨੇ ਗਿਆਨ ਪਰਲਾ। ਹਾਂਜੀ, ਤਥਾ ਅਧਿਸ਼ਟ ਗਿਆਨ ਤੇ ਨਾਨਾ। ਇਹ ਜਿਹੜਾ ਨਾਨਾ ਪ੍ਰਕਾਰ ਕਰਕੇ ਜਗਤ ਦਿਸਦਾ ਹੈ, ਇਹ ਗਿਆਨ ਦੇ ਅਧਿਸ਼ਟ ਕਰਕੇ ਦਿਸਦਾ ਹੈ। ਅਧਿਸ਼ਟ ਹੈ ਤਾਂ ਅਧਿਅਸਤ ਹੋ ਰਿਹਾ ਨੇ। ਜੇ ਰੱਸੀ ਨਾ ਹੋਵੇ ਤਾਂ ਸੱਪ ਨਾ ਦਿਸੇ। ਇਸ ਕਰਕੇ ਬ੍ਰਹਮ ਕਰਕੇ ਹੀ ਇਹ ਸਾਰਾ ਨਾਨਾ ਤਬ ਨਜ਼ਰ ਆ ਰਿਹਾ ਹੈ। ਹੋਏ ਅਭਾਵ ਸਭ ਦ્વੈਤ ਬਿਲਾਏ। ਪਰ ਜਦੋਂ ਇਹ ਸਭ ਕੁਝ ਅਭਾਵ ਹੋ ਜਾਂਦਾ ਫਿਰ ਦ્વੈਤ ਵੀ ਹਿਰਦੇ ਚੋਂ ਚਲੀ ਜਾਂਦੀ ਹੈ। ਗਿਆਨ ਪਰਲਾ ਇਸ ਨਾਮ ਕਹਿਤ ਹੈ। ਇਹਨੂੰ ਗਿਆਨ ਪਰਲਾ ਕਿਹਾ ਜਾਂਦਾ। ਗੁਰੂ ਖਾਲਸਾ ਜੀ ਸਤਿਗੁਰ ਉਪਦੇਸ਼ਨ ਤੇ ਪਾਏ। ਸਿੱਖਾਂ ਨੇ ਪੁੱਛਿਆ ਮਹਾਰਾਜ ਜੀ ਇਹ ਗਿਆਨ ਪਰਲਾ ਕਿਵੇਂ ਮਿਲਦੀ ਹੈ? ਭਾਈ ਦਇਆ ਸਿੰਘ ਜੀ ਕਹਿੰਦੇ ਜਦੋਂ ਕਲਗੀਧਰ ਜੀ ਸਿੱਖ ਨੂੰ ਉਪਦੇਸ਼ ਦਿੰਦੇ ਆ ਫਿਰ ਇਹ ਗਿਆਨ ਪਰਲਾ ਮਿਲਦੀ ਹੈ। ਇਹ ਗਿਆਨ ਪਰਲਾ ਉਦੋਂ ਹੁੰਦੀ ਹੈ ਜਦੋਂ ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ। ਗੁਰੂ ਪਾਤਸ਼ਾਹ ਦੇ ਉਪਦੇਸ਼ ਦੁਆਰਾ ਇਸ ਗਿਆਨ ਪਰਲੇ ਦੀ ਪ੍ਰਾਪਤੀ ਹੁੰਦੀ ਹੈ। ਫਿਰ ਅੱਗੇ ਉਤਪਤੀ ਕਿਵੇਂ ਹੁੰਦੀ ਹੈ? ਕਿਉਂਕਿ ਪਰਲਾ ਹੁੰਦੀ ਹੈ ਨਾ, ਤਿੰਨ ਚੀਜ਼ਾਂ ਨੇ, ਉਤਪਤੀ,
स्थिति और परलय, बनना, ठहरना ते खत्म हो जाना, तीन चीजां ने ना संसार दियां, रजो तमो सदो गुण। परलय तां दस दित्ती भी इदां हो गई, उत्पत्ति किवें होई है वो भी दसदे ने, फिर स्थिति किवें हुंदी है, टिकदी किवें है ਉਹਦੇ बारे भी दस रहे ने। वो कथा आपां अगले प्रसंगां च सरवण करांगे। गुरु पातशाह दे घर दी अमृतमयी कथा है भाई। विचारां करदिआं होईआं भुल्लां चुक्कां दी खेमा समझ पाया जाए कि कैसी महाराज जी दी आश्चर्य रचना है, किवें पंचीकृत हो जांदा, अपंची किवें हो जांदा। बड़े सूक्ष्म विषय ने, सतगुरां दी दया माया नाल साडी सुरती विच सानूं समझ पैंदे ने। गुरु साहब किरपा करन, साडा गाविया सुनिया थाए पवे, होईआं भुल्लां चुक्कां दी खेमा। वाहिगुरु 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 वाहिगुरु। कौन मुआ रे कौन मुआ, कौन मुआ रे कौन मुआ, कौन मुआ रे कौन मुआ, कौन मुआ रे कौन मुआ। ब्रह्म ज्ञानी मिल करहो विचारा, ब्रह्म ज्ञानी मिल करहो विचारा, ब्रह्म ज्ञानी मिल करो विचारा, ब्रह्म ज्ञानी मिल करो विचारा। एह तो चलत भया, एह तो चलत भया, एह तो चलत पया, एह तो चलत पया। वाहिगुरु 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 वाहिगुरु। अच्युत है पार ब्रह्म, अविनाशी अघनाश, पूरन है सर्ब मैं, सुख पंजन गुणतास। संगी है निरंकार, हे निर्गुण सब टेक, हे गोविंद है गुण निधान, जाके सदा विवेक। हे अपरंपर हर हरे, है पी होवन हार, हे संत क सदा संग, निधारा आधार। हे ठाकुर हो दासरो, मैं निर्गुण गुण नहीं कोई, नानक दीजा नाम दान। राखो ही है परो, आए प्रभ शरणागति, कृपा निध दयाल। एक अखर हर मन बस्त, नानक होत निहाल। वाहिगुरु नाम जहाज है, चढ़े सो उतरे पार। जो शरदा कर से बंदे, गुर पार उतारन हार। वाहिगुरु नाम जहाज है, चढ़े सो उतरे पार। जो शरदा कर से बंदे, गुर पार उतारन हार। वाहिगुरु जी का खालसा, वाहिगुरु जी की फतेह।